ਇਹ ਵੀਡੀਓ ਲੈਕਚਰਰ ਪੋਲੀਟੀਕਲ ਸਾਇੰਸ ਦੇ ਲਈ ਡੈਮੋ ਕਲਾਸ ਲਈ ਤੁਹਾਡੇ ਸਾਹਮਣੇ ਪੇਸ਼ ਕੀਤੀ ਗਈ ਹੈ। ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ। ਹਾਂਜੀ, ਆਪਣਾ ਟੌਪਿਕ ਹੈ ਜੋ ਹੈ ਮਿਸਟਰ ਹੌਬਜ਼। ਪੋਲੀਟੀਕਲ ਥਿੰਕਰ ਸੀਗੇ, ਵੈਸਟਰਨ ਪੋਲੀਟੀਕਲ ਥਿੰਕਰ। ਸੋ ਬਹੁਤ ਹੀ ਰੌਚਕ ਜਿਹਾ ਜੀਵਨ ਹੈ ਇਹਨਾਂ ਦਾ, ਕਾਫੀ ਇੰਟਰਸਟਿੰਗ ਹੋਊਗਾ। ਤੁਸੀਂ ਸੋਚਿਆ ਨਹੀਂ ਹੋਊਗਾ ਕਦੇ ਵੀ ਕਿ ਕੋਈ ਡਰਪੋਕ ਮਨੁੱਖ, ਸਿਰੇ ਦਾ ਡਰਪੋਕ, ਕਿੱਥੋਂ ਤੱਕ ਪਹੁੰਚ ਸਕਦਾ ਹੈ। ਸੋ ਛੋਟੇ ਸ਼ਬਦਾਂ ਦੇ ਵਿੱਚ ਜੇ ਆਪਾਂ ਬਿਆਨ ਕਰਨਾ ਹੋਵੇ ਹੌਬਜ਼ ਨੂੰ, ਤਾਂ ਹੌਬਜ਼ ਇੱਕ ਇਹੋ ਜਿਹੀ ਸ਼ਖਸੀਅਤ ਹੈ ਕਿ ਜਿਹੜੀ ਬਹੁਤ ਹੀ ਡਰਪੋਕ ਸ਼ਖਸੀਅਤ ਹੈ। ਤੇ ਫਿਰ ਅੱਗੇ ਉਹਦੀ ਜਿਹੜੀ ਥਿਊਰੀ ਹੈ ਉਹ ਉਹਨੂੰ ਹੀ ਦਲੇਰਾਨਾ ਹੈ। ਇੰਨੀ ਜ਼ਿਆਦਾ ਉਹਦੀ ਮੰਨ ਲਓ ਜ਼ਿੰਦਗੀ ਹੈ ਜਿਹੜੀ ਉਹ ਇੰਨੀ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਮਨੁੱਖ ਨੂੰ ਕਿ ਹਰ ਇੱਕ ਜਿਹੜਾ ਆਪਦੇ ਆਪ ਨੂੰ ਬੰਦਾ ਬਰੇਵ ਸਮਝਦਾ ਹੈ ਤੇ ਉਹਨੂੰ ਸੋਚਣ ਦੇ ਲਈ ਮਜਬੂਰ ਕਰਦੀ ਹੈ ਕਿ ਬਰੇਵ ਕੌਣ ਹੈ ਨਾ, ਡਰਪੋਕ ਤੇ ਜਾਂ ਬਰੇਵ ਹੈ। ਸੋ ਕਾਫੀ ਰੌਚਕ ਜਿਹਾ, ਸੁਣਦੇ ਰਹਿਣਾ ਤੇ ਪੜ੍ਹਨਾ ਵੀ ਜ਼ਰੂਰੀ ਹੈ। ਸੋ ਇਹਦੀ ਜਿਹੜੇ ਹੈਗੇ ਆ ਵਿਚਾਰ ਲਿਖੇ ਹੋਏ ਆ, ਕਨਵਰਟੈਂਸ ਵਿਦਾਊਟ ਦਾ ਸਵਰਡ ਆਰ ਵਟ ਵਰਡਸ ਐਂਡ ਨੋ ਸਟਰੈਂਥ ਟੂ ਸਿਕਿਉਰ ਅ ਮੈਨ ਐਟ ਆਲ। ਸੋ ਜੀਵਨ ਪ੍ਰੀਖਿਆ ਹੌਬਜ਼ ਦਾ ਕਰਦੇ ਹਾਂ ਜੀ। ਹੌਬਜ਼ ਦਾ ਜਨਮ 1588 ਈਸਵੀ ਦੇ ਵਿੱਚ ਇੰਗਲੈਂਡ ਦੇ ਦੱਖਣੀ ਤੱਟ ਤੇ ਸਥਿਤ ਮਾਲਮ ਬਸੇਰੀ ਨਗਰ ਦੇ ਵਿੱਚ ਹੋਇਆ। ਇਸੇ ਸਾਲ ਆਰਮੇਡਾ ਦਾ ਯੁੱਧ ਹੋਇਆ ਸੀ ਤੇ ਇੰਗਲੈਂਡ ਦੇ ਵਿੱਚ ਸਵੈ ਪਾਸੇ ਭੈ ਦਾ ਬੋਲਬਾਲਾ ਸੀ। ਸੋ ਸਧਾਰਨ ਜਿਹੇ ਸ਼ਬਦਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਹੁਣ ਰਸ਼ੀਆ ਤੇ ਯੂਕਰੇਨ ਦੀ ਵਾਰ ਚੱਲ ਰਹੀ ਹੈ ਤੇ ਉੱਥੋਂ ਕੋਈ ਬੱਚਾ ਇੰਨਾ ਜ਼ਿਆਦਾ ਡਰ ਜੇ, ਇੰਨਾ ਜ਼ਿਆਦਾ ਭੀਤ ਹੋ ਜੇ, ਸਾਰੀ ਜ਼ਿੰਦਗੀ ਡਰਦਾ ਹੀ ਰਵੇ। ਠੀਕ ਹੈ ਜੀ। ਸੋ ਉਹੀ ਜੀਵਨ ਹੈ ਇਹਦਾ। ਬਚਪਨ ਤੋਂ ਹੀ ਉਹ ਅਧਿਐਨਸ਼ੀਲ ਅਤੇ ਅਨੁਸ਼ਾਸਿਤ ਸੁਭਾਅ ਦਾ ਪਰ ਡਰਪੋਕ ਸੀ। ਉਹ ਹਿੰਸਕ ਪ੍ਰਵਿਰਤੀਆਂ, ਝਗੜੇ, ਅਵਿਵਸਥਾ ਤੇ ਸ਼ਾਂਤੀ ਤੋਂ ਮੁੱਢ ਤੋਂ ਹੀ ਭੈਭੀਤ ਸੀ। ਉਸਨੇ ਆਪ ਆਖਿਆ ਸੀ ਕਿ ਮੇਰੀ ਮਾਤਾ ਨੇ ਦੋ ਜੁੜਵੇ ਬੱਚਿਆਂ ਨੂੰ ਜਨਮ ਦਿੱਤਾ ਹੈ, ਇੱਕ ਉਹ ਆਪ ਸੀ ਤੇ ਦੂਜਾ ਉਹਦਾ ਡਰ। ਮਤਲਬ ਇੱਕ ਖੁਦ ਜਿਹੜਾ ਦਿਖ ਰਿਹਾ ਤੇ ਦੂਜਾ ਜਿਹੜਾ ਉਹਦਾ ਡਰ ਹੈ, ਕਿਸੇ ਨੂੰ ਦਿਖਾਈ ਨਹੀਂ ਦਿੰਦਾ। ਉਸ ਨੂੰ ਪੜ੍ਹਾਈ ਦੇ ਲਈ ਆਕਸਫੋਰਡ ਭੇਜਿਆ ਗਿਆ, ਪਰ ਉੱਥੇ ਉਹ ਜ਼ਿਆਦਾ ਸਮਾਂ ਨਾ ਰਹਿ ਸਕਿਆ। ਇੰਗਲੈਂਡ ਵਿੱਚ ਗ੍ਰਹਿ ਯੁੱਧ ਸ਼ੁਰੂ ਹੋ ਗਿਆ। ਹੌਬਜ਼ ਵਰਗੇ ਡਰਪੋਕ ਵਿਅਕਤੀ ਲਈ ਉੱਥੇ ਰਹਿਣਾ ਅਸੰਭਵ ਸੀ। ਉਹ ਖੂਨੀ ਨਜ਼ਾਰਿਆਂ ਤੋਂ ਬਚਣ ਲਈ ਇੰਗਲੈਂਡ ਤੋਂ ਨੱਠ ਕੇ ਫਰਾਂਸ ਚਲਾ ਗਿਆ, ਜਿੱਥੇ ਉਸਨੂੰ ਚਾਰਲਸ ਦੂਸਰੇ ਦਾ ਅਧਿਆਪਕ ਬਣਨ ਦਾ ਮਾਣ ਪ੍ਰਾਪਤ ਹੋਇਆ। ਉਹ 3 ਵਾਰ ਯੂਰਪ ਗਿਆ ਅਤੇ ਆਇਆ। ਕੁੱਲ ਮਿਲਾ ਕੇ ਉਸਨੇ ਜੀਵਨ ਦੇ 20 ਸਾਲ ਮਹਾਂਦੀਪ ਯੂਰਪ ਦੇ ਵਿੱਚ ਬਸਰ ਕੀਤੇ। 20 ਸਾਲ ਉਹ ਯੂਰਪ ਦੇ ਵਿੱਚ ਹੀ ਰਹਿੰਦਾ ਹੈ, ਕਿਤੇ ਆ ਜਾਂਦਾ, ਕਦੇ ਉੱਠ ਜਾਂਦਾ। ਉਸ ਦੀ ਮੁਲਾਕਾਤ ਡਕਾਰਟੇ, ਗੈਲੀਲੀਓ ਅਤੇ ਹਾਰਵੇ ਵਰਗੇ ਵਿਦਵਾਨਾਂ ਦੇ ਨਾਲ ਹੋਈ। ਸੋ ਪੁਨਰ ਜਾਗਰਣ ਦੇ ਟਾਈਮ ਦੇ ਵਿਦਵਾਨ ਆ ਸਾਰੇ। ਉਸਨੇ ਰਾਜ ਸ਼ਾਸਤਰ, ਸਮਾਜ ਸ਼ਾਸਤਰ, ਗਣਿਤ, ਦਰਸ਼ਨ ਸ਼ਾਸਤਰ ਦਾ ਡੂੰਘਾ ਅਧਿਐਨ ਕੀਤਾ। ਫਰਾਂਸ ਵਿੱਚ ਉਸਨੇ ਆਪਣਾ ਪ੍ਰਸਿੱਧ ਗ੍ਰੰਥ ਲੇਵੀਆਥਨ ਲਿਖਿਆ, ਜੋ 1652 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ। ਸੋ ਇਹ ਪੁਆਇੰਟ ਨੂੰ ਬਹੁਤ ਹੀ ਧਿਆਨ ਦੇ ਨਾਲ ਨੋਟ ਕਰ ਲਿਓ ਜੀ। ਪ੍ਰਸਿੱਧ ਰਚਨਾ ਲੇਵੀਆਥਨ 1652 ਦੇ ਵਿੱਚ ਹੌਬਜ਼ ਦੀ। 1660 ਵਿੱਚ ਇੰਗਲੈਂਡ ਵਿੱਚ ਕ੍ਰਾਮਵੈਲ ਦੁਆਰਾ ਸਥਾਪਿਤ ਕਾਮਨਵੈਲਥ ਟੁੱਟ ਗਿਆ ਅਤੇ ਰਾਜਤੰਤਰ ਦੀ ਮੁੜ ਸਥਾਪਨਾ ਹੋਈ। ਰਾਜ ਗੱਦੀ ਤੇ ਚਾਰਲਸ ਬੈਠਿਆ, ਜੋ ਪੈਰਿਸ ਦੇ ਵਿੱਚ ਉਸਦਾ ਸ਼ਾਗਿਰਦ ਰਹਿ ਚੁੱਕਾ ਸੀ। ਉਸਨੇ ਹਾਵਜ਼ ਦੀ 200 ਪਾਉਂਡ ਸਾਲਾਨਾ ਪੈਨਸ਼ਨ ਬੰਨ੍ਹ ਦਿੱਤੀ। ਫਲਸਰੂਪ ਹਾਵਜ਼ ਦੇ ਜੀਵਨ ਤੇ ਮੰਡਰਾਉਣ ਵਾਲੇ ਸੰਕਟ ਦੇ ਬੱਦਲ ਟਲ ਗਏ। 1679 ਈਸਵੀ ਦੇ ਵਿੱਚ ਹਾਵਜ਼ ਦੀ ਮੌਤ 91 ਸਾਲ ਦੀ ਉਮਰ ਦੇ ਵਿੱਚ ਹੋਈ, ਲੇਕਿਨ ਉਹ ਮ੍ਰਿਤਿੂ ਤੱਕ ਸਰੀਰਕ ਅਤੇ ਮਾਨਸਿਕ ਦੋਵੇਂ ਦ੍ਰਿਸ਼ਟੀਆਂ ਤੋਂ ਸਵਸਥ ਰਿਹਾ, ਤੰਦਰੁਸਤ ਰਿਹਾ। ਮਤਲਬ 91 ਸਾਲ ਦੀ ਉਮਰ ਤੱਕ ਵੀ ਹਾਵਜ਼ ਨੇ ਆਪਣੇ ਵਿਚਾਰਾਂ ਨੂੰ ਵਿਗਿਆਨਕ ਭੌਤਿਕਵਾਦ ਦੇ ਸਹਾਰੇ ਪ੍ਰਕਿਰਿਆ ਅਤੇ ਪ੍ਰਤੀਕਿਰਿਆਵਾਂ ਦੇ ਮਾਧਿਅਮ ਦੁਆਰਾ ਪੇਸ਼ ਕੀਤਾ। ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਲਈ ਉਸਨੇ ਵਿਗਿਆਨਕ ਅਤੇ ਦਾਰਸ਼ਨਿਕ ਵਰਗੀ ਨਿਰਪੱਖ ਦ੍ਰਿਸ਼ਟੀ ਰੱਖੀ। ਹਾਵਜ਼ ਨੇ ਰਿਜ਼ਾਰਟਿਵ ਕੰਪੋਜ਼ਿਟ ਨੂੰ ਅਪਣਾਇਆ ਹੈ, ਜਿਸ ਅਨੁਸਾਰ ਸਭ ਤੋਂ ਪਹਿਲਾਂ ਕਿਸੇ ਵਸਤੂ ਦੇ ਦੋਸ਼ਾਂ ਦਾ ਪੂਰਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਉਸ ਮਗਰੋਂ ਉਹਨਾਂ ਦੋਸ਼ਾਂ ਨੂੰ ਦੂਰ ਕਰਕੇ ਉਸ ਵਸਤੂ ਦਾ ਕਾਰਜਸ਼ੀਲ ਬਣਾਇਆ ਜਾਂਦਾ। ਇੱਥੇ ਦੋਸ਼ ਤਾਂ ਨਹੀਂ ਆਊਗਾ, ਇੱਥੇ ਦੋਸ਼ਾਂ ਆਊਗਾ। ਇਹ ਨਾ ਕਈ ਵਾਰ ਆਟੋ ਕੈਪੀਟੇਸ਼ਨ ਹੁੰਦਾ ਪੰਜਾਬੀ ਦੇ ਵਿੱਚ, ਜਦੋਂ ਟਾਈਪ ਕਰਦੇ ਆ ਤਾਂ ਉਦੋਂ ਮਿਸਟੇਕਸ ਹੋ ਜਾਂਦੀਆਂ। ਸੋ ਬਾਕੀ ਜਿੰਨੀਆਂ ਧਿਆਨ ਚ ਆਉਂਦੀਆਂ ਤੁਹਾਨੂੰ ਦੱਸ ਦਿੱਤੀਆਂ ਜਾਂਦੀਆਂ ਮੋਸਟਲੀ, ਬਟ ਜੇਕਰ ਫਿਰ ਵੀ ਕੋਈ ਰਹਿ ਜੇ ਤਾਂ ਉਸ ਦੇ ਲਈ ਖਿਮਾ। ਹਾਵਜ਼ ਨੇ ਰਿਜ਼ਾਰਟਿਵ ਕੰਪੋਜ਼ਿਟ ਅਪਣਾਇਆ। ਇੱਕ ਮਤਲਬ ਉਹਨੇ
ਆਈਡੀਓਲੋਜੀ ਅਪਣਾ ਲਈ ਜਾਂ ਕਹ ਲਓ ਇੱਕ ਵਿਚਾਰ ਅਪਣਾ ਲਿਆ, ਜਿਹਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਕਿਸੇ ਵਸਤੂ ਦੇ ਦੋਸ਼ਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਵੀ ਇਹਦੇ ਚ ਕਮੀਆਂ ਕੀ ਹੈ ਕਿਸੇ ਚੀਜ਼ 'ਚ। ਉਸ ਦੇ ਮਗਰੋਂ ਉਹਨਾਂ ਦੋਸ਼ਾਂ ਨੂੰ ਦੂਰ ਕਰਕੇ ਉਸ ਵਸਤੂ ਨੂੰ ਕਾਰਜਸ਼ੀਲ ਬਣਾਇਆ ਜਾਂਦਾ ਹੈ। ਮਤਲਬ ਕਿ ਮੰਨ ਲਓ ਇੱਕ ਫੋਨ ਹੈ ਹਨਾ, ਤੇ ਫੋਨ ਚੱਲਦਾ ਵੀ ਸਹੀ ਹੈ, ਠੀਕ ਹੈ, ਤੇ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹਦੇ ਵਿੱਚ ਹੋਰ ਕੀ ਨੁਕਸ ਹੈ। ਜਿਵੇਂ ਮੰਨ ਲਓ ਉਦਾਹਰਨ ਦੇ ਤੌਰ ਤੇ ਵੀ ਕੋਈ ਵੀ ਕੰਪਨੀ ਇੱਕ ਨਵਾਂ ਸਮਾਰਟਫੋਨ ਜਦੋਂ ਲਾਂਚ ਕਰਦੀ ਹੈ, ਤਾਂ ਕੰਪਨੀ ਤਾਂ ਨਵਾਂ ਸਮਾਰਟਫੋਨ ਲਾਂਚ ਕਰ ਦਿੰਦੀ ਹੈ, ਆਪਾਂ ਨੂੰ ਤਾਂ ਇਹ ਆਪਣੇ ਕੋਲੇ ਜਿਹੜਾ ਫੋਨ ਆਉਂਦਾ ਹੈ ਜਾਂ ਆਪਾਂ ਮਾਰਕੀਟ ਚੋਂ ਬਾਏ ਕਰਦੇ ਹਾਂ ਨਿਊ, ਤਾਂ ਆਪਾਂ ਨੂੰ ਤਾਂ ਇਹ ਲੱਗਦਾ ਕਿ ਫੋਨ ਸਹੀ ਹੈ ਨਾ, ਸਹੀ ਚੱਲ ਰਿਹਾ, ਸਾਰਾ ਕੁਝ ਸੈੱਟ ਹੈ। ਬਟ ਇਹ ਕਈ ਪ੍ਰਕਿਰਿਆਵਾਂ ਦੇ ਵਿੱਚੋਂ ਗੁਜ਼ਰਦਾ ਹੈ। ਮਤਲਬ ਕਿ ਪਹਿਲਾਂ ਫੋਨ ਜਦੋਂ ਐਸਟੈਬਲਿਸ਼ ਹੁੰਦਾ ਹੈ, ਫਿਰ ਉਹਦੇ 'ਚ ਸੌਫਟਵੇਅਰ ਹਾਰਡਵੇਅਰ ਕਾਫੀ ਪ੍ਰੋਬਲਮਸ ਆਉਂਦੀਆਂ। ਤੁਸੀਂ ਕਹਿ ਲਓ ਵੀ 5-5 6-6 ਮਹੀਨੇ, ਕਈ ਫੋਨਾਂ ਤੇ ਤਾਂ ਸਾਲ ਲੱਗ ਜਾਂਦਾ ਉਹਦੇ ਰਿਵਿਊ ਲੈਣ ਤੇ। ਫਿਰ ਜਦੋਂ ਕੰਪਨੀ ਉਹਦਾ ਰਿਵਿਊ ਸਾਰਾ ਲੈ ਲੈਂਦੀ ਹੈ, ਮਤਲਬ ਜਮਾ ਓਕੇ ਫਾਈਨਲ ਹੋ ਜਾਂਦਾ ਉਹ, ਠੀਕ ਹੈ, ਹਰ ਇੱਕ ਖੇਤਰ ਦੇ ਵਿੱਚ ਹੀ ਹੈ ਇਹ। ਜਦੋਂ ਜਮਾ ਓਕੇ ਫਾਈਨਲ ਹੋ ਜਾਂਦਾ, ਉਹਨੂੰ ਪਾਸ ਮੰਨ ਲਿਆ ਜਾਂਦਾ ਕਿ ਹੁਣ ਸਹੀ ਹੈ, ਇਹਨੂੰ ਲੋਕ ਵਰਤ ਸਕਦੇ ਆ, ਤਾਂ ਫਿਰ ਉਹ ਫੋਨ ਮਾਰਕੀਟ ਦੇ ਵਿੱਚ ਰਿਲੀਜ਼ ਕੀਤਾ ਜਾਂਦਾ। ਬਟ ਫਿਰ ਕੀ ਹੁੰਦਾ, ਉਹਦੇ ਵਿੱਚ ਵੀ ਕੁਝ ਬਗਸ ਹੁੰਦੇ ਆ ਹਨਾ, ਕੁਝ ਬਗਸ ਹੁੰਦੇ ਆ, ਕੁਝ ਐਰਰ ਹੁੰਦੇ ਆ ਉਹਦੇ ਵਿੱਚ, ਤੇ ਉਹ ਐਰਰ ਆਪਾਂ ਨੂੰ ਆਉਂਦੇ ਹੈਗੇ। ਜਦੋਂ ਫਿਰ ਉਹ ਮਹੀਨਾ 2 ਮਹੀਨੇ ਫੋਨ ਵਰਤਿਆ ਜਾਂਦਾ, ਤਾਂ ਫਿਰ ਉਹ ਐਰਰ ਹੈ ਜਿਹੜੇ ਉਹ ਮੇਲਾਂ ਭੇਜ ਕੇ ਜਾਂ ਕੰਟੈਕਟ ਕਰਕੇ ਜਾਂ ਸਰਵਿਸ ਸੈਂਟਰ ਤੇ ਜਾ ਕੇ ਲੋਕ ਦੱਸਦੇ ਵੀ ਭਾਈ ਜਦੋਂ ਮੈਂ ਫੋਟੋ ਖਿੱਚਦਾ ਪਿੱਛੇ ਆਹ ਚੀਜ਼ ਹੋ ਜਾਂਦੀ ਹੈ, ਜਦੋਂ ਮੈਂ ਯੂਜ਼ ਕਰਦਾ ਚੱਲਦਾ ਚੱਲਦਾ ਆਪੇ ਕਲੋਜ਼ ਹੋ ਜਾਂਦਾ, ਜਿਵੇਂ ਆਪਣੇ ਇੱਥੇ ਐਪ ਕਲੋਜ਼ ਹੋ ਜਾਂਦੀ ਹੈ ਨਾ। ਸੋ ਜਦੋਂ ਐਰਰ ਆਉਂਦੇ ਆ, ਤਾਂ ਫਿਰ ਉਹ ਐਰਰ ਜਦੋਂ ਕੰਪਨੀ ਕੋਲ ਜਾਂਦੇ ਆ, ਚਾਹੇ ਉਹ ਹਾਰਡਵੇਅਰ ਹੈ ਚਾਹੇ ਸੌਫਟਵੇਅਰ ਹੈ, ਮਤਲਬ ਚਾਹੇ ਫੋਨ ਹੈ ਤੇ ਚਾਹੇ ਉਹਦੇ ਵਿਚਲੀਆਂ ਐਪਲੀਕੇਸ਼ਨਸ ਹੈ, ਜਦੋਂ ਉਹਨਾਂ ਕੋਲੇ ਜਾਂਦਾ ਹੈ ਰਿਵਿਊ ਵੀ ਤਾਂ ਇੰਨਾ ਹੋਰ ਉਹ ਐਰਰ ਆ ਰਿਹਾ ਇਹਦੇ ਵਿੱਚ, ਫਿਰ ਉਹ ਉਹਨਾਂ ਨੂੰ ਅਪਡੇਟ ਕਰਦੀ ਹੈ। ਇੱਥੇ ਬਸ ਨਹੀਂ, ਫਿਰ ਉਹ 2-2 ਮਹੀਨੇ ਬਾਅਦ, 6 ਮਹੀਨੇ ਬਾਅਦ, 5 ਮਹੀਨੇ ਬਾਅਦ ਉਹਨੂੰ ਅਪਡੇਟ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਹੀ ਗੱਡੀਆਂ, ਜੀਪਾਂ, ਕਾਰਾਂ, ਕਿਤਾਬਾਂ, ਬੁੱਕਸ, ਸਾਰਾ ਕੁਝ ਜਿਹੜਾ ਹੈਗਾ ਉਹ ਸੋਧ ਦੀ ਪ੍ਰਕਿਰਿਆ ਚੋਂ ਗੁਜ਼ਰਦਾ ਰਹਿੰਦਾ। ਇੱਥੋਂ ਤੱਕ ਕਿ ਮਨੁੱਖੀ ਸੁਭਾਅ ਵੀ ਸੋਧ ਦੀ ਪ੍ਰਕਿਰਿਆ ਚੋਂ ਹੀ ਗੁਜ਼ਰਦਾ ਰਹਿੰਦਾ, ਠੀਕ ਹੈ। ਸੋ ਇੱਥੇ ਜਿਹੜਾ ਹਾਵਜ਼ ਹੈ ਇਹ ਵੀ ਇਹ ਵਿਚਾਰ ਪੇਸ਼ ਕਰਦਾ ਵੀ ਪਹਿਲਾਂ ਦੋਸ਼ਾਂ ਨੂੰ ਫੜ ਲਓ, ਉਹਦੇ ਵਿੱਚ ਦੋਸ਼ ਕੀ ਹੈ ਉਹਨਾਂ ਦਾ ਵਿਸ਼ਲੇਸ਼ਣ ਕਰ ਲਓ ਵੀ ਵਾਕਈ ਦੋਸ਼ ਸਹੀ ਹੈ ਜਾਂ ਕਮੀਆਂ ਸਹੀ ਹੈ ਜਾਂ ਉਹੀ ਪ੍ਰਚਾਰ ਦੌਰਾਨੀ ਹੈ ਵੀ ਪ੍ਰਚਾਰ ਹੀ ਕਰਤਾ ਝੂਠਾ। ਫਿਰ ਉਹ ਦੋਸ਼ਾਂ ਨੂੰ ਦੂਰ ਕਰਕੇ ਫਿਰ ਵਸਤੂ ਨੂੰ ਉਹਨੂੰ ਵਰਤੋਂ ਦੇ ਵਿੱਚ ਲਿਆਓ ਉਹ ਚੀਜ਼ ਨੂੰ। ਇਸੇ ਤਰ੍ਹਾਂ ਇਹ ਰਾਜ ਸਟੇਟ ਅੱਗੇ ਜਾ ਕੇ ਵਿਚਾਰ ਦੇਊਗਾ। ਚਾਰਲਸ ਦੂਜੇ ਨਾਲ 1660 ਈਸਵੀ ਦੇ ਵਿੱਚ ਰਾਜਤੰਤਰ ਦੀ ਮੁੜ ਸਥਾਪਨਾ ਆਦਿ ਘਟਨਾਵਾਂ ਨੇ ਉਸਦੇ ਮਨ ਵਿੱਚ ਇਹ ਗੱਲ ਬਿਠਾ ਦਿੱਤੀ ਕਿ ਪ੍ਰਗਤੀਸ਼ੀਲ ਅਤੇ ਸ਼ਾਂਤਮਈ ਜੀਵਨ ਲਈ ਸ਼ਕਤੀਸ਼ਾਲੀ ਰਾਜ ਹੋਣਾ ਜ਼ਰੂਰੀ ਹੈ। ਇੱਥੇ ਦੇਖੋ, ਜਦੋਂ ਚਾਰਲਸ ਦੂਜੇ ਨੂੰ ਰਾਜਾ ਬਣਦਾ ਵੇਖਦਾ, ਤਾਂ ਉਹ ਜਿਹੜੀ ਰਾਜਤੰਤਰ, ਜਿਵੇਂ ਉਹ ਰਾਜਾ ਬਣਦਾ ਤੇ ਫਿਰ ਜਿਵੇਂ ਉਹ ਰਾਜਾ ਬਣ ਕੇ ਆਪਦੇ ਆਪ ਨੂੰ ਐਸਟੈਬਲਿਸ਼ ਕਰਦਾ, ਪਾਵਰ ਨੂੰ ਆਪਦੇ ਆਪ ਨੂੰ ਵਧਾਉਂਦਾ, ਤਾਂ ਫਿਰ ਜਿਹੜਾ ਹੈਗਾ ਇਹ ਹਾਵਜ਼ ਦੇ ਮਨ 'ਚ ਗੱਲ ਬਹਿ ਜਾਂਦੀ ਹੈ ਵੀ ਰਾਜਤੰਤਰ ਵਧਗਾ ਹੈ ਪਰ ਉਹਦੇ ਵਾਸਤੇ ਸ਼ਕਤੀਸ਼ਾਲੀ ਹੋਣਾ ਜ਼ਰੂਰੀ ਹੈ। ਤੇ ਸਦਾ ਉਹ ਬੰਦੇ ਨੂੰ ਯਤਨ ਕਰਦੇ ਰਹਿਣਾ ਚਾਹੀਦਾ, ਮਤਲਬ ਕਿ ਉਹਨੂੰ ਵਿਸ਼ਲੇਸ਼ਣ ਕਰਦੇ ਰਹਿਣਾ ਚਾਹੀਦਾ ਵੀ ਆਹ ਗਲਤੀ ਹੋ ਗਈ, ਮੁੜ ਕੇ ਉਹਨੂੰ ਸੁਧਾਰ ਲੈ। ਇਹ ਨਹੀਂ ਵੀ ਗਲਤਾਂ ਹੀ ਕਰੀ ਜਾਵੇ ਜਿਵੇਂ ਪਿਛਲੀ ਕਾਂਗਰਸ ਸਰਕਾਰ ਕਰੀ ਗਈ, ਠੀਕ ਹੈ। ਸੋ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ, ਇਹ ਨਹੀਂ ਵੀ ਉਹ ਗਲਤੀਆਂ ਹੀ ਕਰੀ ਜਾਵੇ, ਉਹਨਾਂ ਨੂੰ ਪਰ ਸ਼ਕਤੀਸ਼ਾਲੀ ਤਾਂ ਹੈਗੀ ਹੈ ਸਰਕਾਰ, ਠੀਕ ਹੈ, ਲਗਭਗ 2/3 ਦੇ ਨੇੜੇ ਬਹੁਮਤ ਹੈ, ਤੇ ਕਾਰਜਸ਼ੀਲ ਦੇਖੋ ਹੁਣ ਕਿੰਨੀ ਹੁੰਦੀ ਆ ਉਹ ਆਪਾਂ ਨੂੰ ਉਦੋਂ ਪਤਾ ਲੱਗੂਗਾ, ਮਤਲਬ ਪ੍ਰਗਤੀਸ਼ੀਲ ਕਿੰਨੀ ਹੈ। ਤੇ ਸ਼ਾਂਤਮਈ ਹੈ ਜਿਹੜਾ ਉਹਦਾ ਸੁਭਾਅ ਤੇ ਲੋਕਾਂ ਦੇ ਪ੍ਰਤੀ ਉਹਦਾ ਰਵੱਈਆ ਕਿਹੋ ਜਿਹਾ ਹੋਊਗਾ, ਠੀਕ ਹੈ ਜੀ। ਤੇ ਸ਼ਕਤੀਸ਼ਾਲੀ ਰਾਜ ਉਹਦਾ ਕਿੰਨਾ ਚਿਰ ਚੱਲੂਗਾ, ਤੇ ਆਪਦੀਆਂ ਗਲਤੀਆਂ ਦਾ ਉਹ ਵਿਸ਼ਲੇਸ਼ਣ ਕਰੂਗੀ, ਉਹਨਾਂ ਨੂੰ ਛੱਡ ਕੇ ਨਵੇਂ ਇੰਪਲੀਮੈਂਟ ਕਰੂਗੀ ਜਾਂ ਗਲਤੀਆਂ ਤੇ ਗਲਤੀਆਂ ਕਰਦੀ ਜਾਊਗੀ। ਜੇ ਕੋਈ ਸਰਕਾਰ ਗਲਤੀਆਂ ਤੇ ਗਲਤੀਆਂ ਕਰੂਗੀ ਤਾਂ ਉਹ ਛੇਤੀ ਡੈਮੇਜ ਹੋ ਜਾਂਦੀ ਹੈ, ਜੇ ਗਲਤੀਆਂ ਨਾ ਕਰੂਗੀ ਉਹ ਹੋਰ 5-7 ਸਾਲ ਕੱਢ ਜਾਂਦੇ ਆ। ਸੋ ਜਦੋਂ ਹੁਣ ਗਲਤੀਆਂ ਕਰਦੇ ਗਏ ਅਕਾਲੀ ਕਾਂਗਰਸੀ, ਤੇ ਉਹ ਸੁਪੜਾ ਸਾਫ਼ ਹੋ ਗਿਆ। ਇਹੀ ਕਾਰਨ ਕੀ ਹੈ, ਹਾਵਜ਼ ਦੇ ਮਨ ਦੇ ਵਿੱਚ ਬਹਿ ਜਾਂਦਾ। ਜਿਵੇਂ ਹੁਣ ਆਮ ਆਦਮੀ ਦੇ ਸਰਕਾਰ ਹੈ ਜਿਹੜੀ ਹੈ ਨਾ, ਆਮ ਆਦਮੀ ਦੀ, ਤੇ ਆਪਣੇ ਮਨ 'ਚ ਮੋਸਟਲੀ ਜ਼ਿਆਦਾਤਰ ਲੋਕਾਂ ਦੇ ਵੀ ਬਹੁਤ ਆਸਾਂ ਉਮੀਦਾਂ, ਪਰ ਇਹ ਆਸਾਂ ਉਮੀਦਾਂ ਕਦੇ ਪੂਰੀਆਂ ਨਹੀਂ ਹੋਣੀਆਂ, ਠੀਕ ਹੈ। ਹੋਣਗੀਆਂ ਤਾਂ ਸਹੀ, ਪਰ ਹੈ ਬਾਹਲੀਆਂ ਜ਼ਿਆਦਾ ਹਨਾ, ਵੀ ਮਤਲਬ ਆਪਾਂ ਵੱਡਾ ਇੱਕ ਕਹਿ ਲਓ ਕਿ ਮੰਨ ਲਓ ਪੰਡ ਹੈ ਜਿਹੜੀ ਬਹੁਤ ਵੱਡੀ ਭਰੀ ਬੈਠੇ ਆ ਆਸਾਂ ਉਮੀਦਾਂ ਦੀ, ਪਰ ਉਹ ਸੱਥਰੀ ਬਣ ਕੇ ਰਹਿ ਜਾਣੀ ਹੈ ਇੱਕ। ਸੋ ਉਦੋਂ ਫਿਰ ਜਾ ਕੇ ਅੱਗੇ ਜਾ ਕੇ ਉਹ ਸਰਕਾਰ ਤੇ ਦੋਸ਼ ਲੱਗਦੇ ਆ। ਸੋ ਇਸ ਕਰਕੇ ਜਿਹੜੀ ਹਾਵਜ਼ ਆ ਉਹ ਇਹ ਕਹਿੰਦਾ ਵੀ ਉਹਨਾਂ ਦਾ ਪ੍ਰਗਤੀਸ਼ੀਲ ਹੋਣਾ ਜ਼ਰੂਰੀ ਹੈ, ਆਪਦੀਆਂ ਗਲਤੀਆਂ ਦਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ। ਪਰ ਕੋਈ ਵੀ ਸਰਕਾਰ ਹੈ ਜਿਹੜੀ ਖਾਸ ਕਰਕੇ ਡੈਮੋਕ੍ਰੇਸੀ ਦੀ, ਉਹ ਇਹੋ ਜਿਹਾ ਕੁਛ ਨਹੀਂ ਕਰਦੀ ਹੁੰਦੀ। ਰਾਜਤੰਤਰ ਦੇ ਵਿੱਚ ਤਾਂ ਕਰਦੀ ਹੈ ਕਿਉਂਕਿ ਰਾਜਤੰਤਰ ਦੇ ਵਿੱਚ ਜੇ ਬਗਾਵਤ ਉੱਠ ਖੜੇ ਉਹਨੂੰ ਦਬਾਉਣਾ ਬਹੁਤ ਔਖਾ ਹੈ,
ਰਾਜਤੰਤਰ ਦੇ ਵਿੱਚ ਬਗਾਵਤ ਬਹੁਤ ਆਸਾਨੀ ਨਾਲ ਉੱਠ ਖੜਦੀ ਹੈ, ਕਿਉਂਕਿ ਰਾਜਤੰਤਰ ਦੇ ਵਿੱਚ ਸਰਕਾਰ ਦੇ ਕੋਲੇ ਹੋਰ ਲੋਕਾਂ ਕੋਲੇ ਕੋਈ ਹੋਰ ਆਪਸ਼ਨ ਹੀ ਨਹੀਂ ਹੁੰਦੀ, ਹਨਾ। ਰਾਜਤੰਤਰ ਦੇ ਵਿੱਚ ਕੀ ਹੈ ਕਿ ਕਿਸੇ ਕੋਲੇ ਕੋਈ ਆਪਸ਼ਨ ਨਹੀਂ। ਮੰਨ ਲਓ ਇੱਕ ਰਾਜਾ ਭ੍ਰਿਸ਼ਟ ਹੋ ਗਿਆ, ਉਹਨੂੰ 30 ਸਾਲ ਹੋ ਗਏ ਰਾਜ ਕਰਦੇ ਨੂੰ, ਉਹਨੇ ਪੂਰੇ ਲੋਕਾਂ ਦਾ ਕਜੂਮਰ ਕੱਢਤਾ, 30 ਸਾਲਾਂ ਚ ਲੋਕਾਂ ਨੂੰ ਖਤਮ ਕਰਤਾ ਉਹਨੇ। ਤੇ ਫਿਰ ਉਹ 30 ਸਾਲਾਂ ਚ ਰਾਜੇ ਨੂੰ ਪੈਣਗੇ ਹੀ। ਆਪਾਂ ਕਿਉਂ ਦੇਖਦੇ ਹਾਂ ਕਿ ਪੁਰਾਣੇ ਜਿਹੜੇ ਲੋਕ ਆ ਲੜਦੇ ਰਹਿੰਦੇ ਸੀ, ਭਾਰਤ ਛੋਟੇ ਛੋਟੇ ਰਾਜਾਂ ਚ ਵੰਡਿਆ ਜਾਂਦਾ ਸੀ, ਵਿਦੇਸ਼ੀ ਹਮਲਾਵਰ ਜਿਹੜੇ ਹੈਗੇ ਹਮਲਾ ਕਰ ਦਿੰਦੇ ਸੀ। ਠੀਕ ਹੈ, ਤਾਂ ਕਿਉਂਕਿ ਉਹ ਰਾਜਤੰਤਰ ਸੀ, ਉਹ ਨਿਰੰਤਰ ਲੰਬਾ ਟਾਈਮ ਨਹੀਂ ਚੱਲਦਾ, ਉਹ ਟੁੱਟਦਾ ਹੈ। ਠੀਕ ਹੈ, ਚੱਲਦਾ ਰਾਜਤੰਤਰ ਹੀ ਰਹਿੰਦਾ, ਪਰ ਫਿਰ ਕੋਈ ਹੋਰ ਰਾਜਾ ਬਣ ਗਿਆ, ਉਹਨੂੰ ਤੋੜ ਕੇ ਕੋਈ ਹੋਰ ਬਣ ਗਿਆ, ਕਿਸੇ ਨੇ ਛੋਟਾ ਰਾਜ ਬਣਾ ਲਿਆ, ਕਿਸੇ ਨੇ ਆਪਦੇ ਰਾਜਤੰਤਰ ਨੂੰ ਵੱਡਾ ਕਰ ਲਿਆ। ਇਹ ਘਟਨਾਕ੍ਰਮ ਚੱਲਦਾ ਰਹਿੰਦਾ, ਕਿਉਂਕਿ ਉੱਥੇ ਵੋਟਾਂ ਦੀ ਆਪਸ਼ਨ ਨਹੀਂ। ਫਿਰ ਸਰਕਾਰਾਂ ਨੇ ਜਾਂ ਕਹਿ ਲਓ ਉਸੇ ਰਾਜਤੰਤਰ ਦੇ ਉੱਤਰਾਧਿਕਾਰੀਆਂ ਨੇ ਲੋਕਾਂ ਨੂੰ ਇਹ ਆਪਸ਼ਨ ਦਿੱਤੀ ਵੀ ਲੋਕ ਟਿਕੇ ਜੇ ਰਹਿਣ। 5 ਸਾਲ ਵੀ ਭਾਈ ਵੋਟ ਪਾ ਦਿਓ ਤੇ 5 ਸਾਲ ਚੁੱਪ। 5 ਸਾਲ ਤਾਂ ਨਹੀਂ ਆਪਾਂ ਕੁਛ ਕਰ ਸਕਦੇ, ਇਕੱਲੇ ਧਰਨੇ ਹੀ ਦੇ ਸਕਦੇ ਹਾਂ। ਠੀਕ ਹੈ, ਉਹ ਵੀ ਆਪਾਂ ਲਿਮਟ ਚ। ਠੀਕ ਹੈ, ਸ਼ਾਂਤਮਈ, ਐ ਨਹੀਂ ਵੀ ਆਪਾਂ ਧਰਨੇ ਦੇ ਕੇ ਢਾ ਲਾਂਗੇ ਕਿਸੇ ਮੰਤਰੀ ਨੂੰ, ਇਹ ਚੀਜ਼ ਨਹੀਂ ਹੋ ਸਕਦੀ, ਫਿਰ ਆਪਾਂ ਗੈਰ ਕਾਨੂੰਨੀ ਹੋ ਜਾਾਂਗੇ। ਸੋ ਇੱਥੇ ਕੀ ਹੈ, ਰਾਜਤੰਤਰ ਦੇ ਵਿੱਚ ਇਹ ਆਪਸ਼ਨ ਹੀ ਹੈ ਨਹੀਂ ਸੀ ਲੋਕਾਂ ਕੋਲੇ, ਤੇ ਬਗਾਵਤ ਵੱਲ ਜਾਣੇ। ਹੁਣ ਲੋਕਾਂ ਕੋਲੇ ਆਪਸ਼ਨ ਹੈ ਤੇ ਲੋਕ ਬਗਾਵਤ ਕਿੱਥੋਂ ਕਰਨਗੇ? ਲੋਕਾਂ ਦੇ ਵਿੱਚ ਬਗਾਵਤ ਲਈ ਜਾਂ ਲੋਕਾਂ ਦੇ ਵਿੱਚ ਸਿਸਟਮ ਨੂੰ ਪੱਟਣ ਦੇ ਲਈ ਜਾਗਰਤੀ ਆਉਣੀ ਜ਼ਰੂਰੀ ਹੈ। ਤੇ ਉਹ ਜਾਗਰਤੀ ਕਦੋਂ ਆਊਗੀ? ਜਦੋਂ ਉਹ ਦੋਸ਼ਾਂ ਦਾ ਵਿਸ਼ਲੇਸ਼ਣ ਕਰਨਗੇ, ਜਦੋਂ ਉਹ ਦੋਸ਼ਾਂ ਨੂੰ ਵਿਸ਼ਲੇਸ਼ਣ ਕਰਕੇ ਉਹਨਾਂ ਨੂੰ ਦੂਰ ਕਰਕੇ ਤੇ ਕਾਰਜਸ਼ੀਲ ਬਣਾਉਣਗੇ। ਮਤਲਬ 70 ਸਾਲ ਤੋਂ ਜੇ ਸਾਡਾ ਭਾਰਤ ਗਰੀਬ ਹੈ ਤਾਂ ਉਹ ਗਰੀਬ ਹੀ ਕਿਉਂ ਹੈ? ਜਦੋਂ ਇਹਦਾ ਅਸੀਂ ਵਿਸ਼ਲੇਸ਼ਣ ਕਰਾਂਗੇ ਤਾਂ ਅਸੀਂ ਸਿੱਧੇ ਸ਼ਬਦਾਂ 'ਚ ਸਮਝਦੇ ਵੀ ਭਾਈ ਪੋਲੀਟੀਕਲ ਪਾਰਟੀਆਂ ਨੇ ਕੁਛ ਨਹੀਂ ਕੀਤਾ, ਪੋਲੀਟੀਕਲ ਪਾਰਟੀਆਂ ਭ੍ਰਿਸ਼ਟ ਸੀ, ਨੇਤਾ ਹੀ ਬੇਈਮਾਨ ਜੰਮੇ, ਨੇਤਾ ਅਨਪੜ੍ਹ। ਹਾਲਾਂਕਿ ਇਹੋ ਜਿਹਾ ਕੁਛ ਨਹੀਂ ਹੈ ਨਾ, ਮਤਲਬ ਹੈ ਕੁਛ ਇਹ ਨਹੀਂ ਵੀ ਨੇਤਾ ਅਨਪੜ੍ਹ ਹੀ ਹੈ, ਨੇਤਾ ਬਹੁਤ ਪੜ੍ਹੇ ਲਿਖੇ ਵੀ ਆਏ ਆ, ਵੱਡੇ ਤੋਂ ਵੱਡੇ ਪੜ੍ਹੇ ਲਿਖੇ ਆਏ ਆ, ਤੇ ਵੱਡੇ ਤੋਂ ਵੱਡੇ ਇਮਾਨਦਾਰ ਨੇਤਾ ਵੀ ਆਏ ਆ। ਬਟ ਕੀ ਹੈ, ਐਕਚੁਅਲ ਦੇ ਵਿੱਚ ਜਿਹੜਾ ਸਿਸਟਮ ਹੈ, ਜਿਹੜਾ 1935 ਵਾਲਾ ਐਕਟ ਵਿੱਚ ਸਿੱਟੀ ਬੈਠੇ ਹੈ 70% ਹੈ ਨਾ, ਐਕਚੁਅਲ ਦੇ ਵਿੱਚ ਕਮੀਆਂ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਹੈ, ਭਾਰਤੀ ਸੰਵਿਧਾਨ ਦੇ ਵਿੱਚ ਇੰਨੀਆਂ ਮੋਰੀਆਂ ਛੱਡੀਆਂ ਹੋਈਆਂ ਨਿਕਲਣ ਦੇ ਲਈ ਦੋਸ਼ੀ ਦੇ, ਕਿ ਉਹਨੂੰ ਲੱਗਦਾ ਹੀ ਨਹੀਂ ਵੀ ਮੈਂ ਦੋਸ਼ੀ ਹਾਂ। ਠੀਕ ਹੈ, ਜਦੋਂ ਇੱਕ ਵਾਰੀ ਬੰਦਾ ਕਹਿੰਦੇ ਨਾ ਵੀ ਜੇ ਬੰਦਾ ਜੇਲ੍ਹ ਜਾਏ ਜਾਂ ਤਾਂ ਸੁਧਰ ਕੇ ਆ ਜਾਂਦਾ ਤੇ ਜਾਂ ਵਿਗੜ ਕੇ ਆ ਜਾਂਦਾ, ਕਿਉਂਕਿ ਸੁਧਰਦਾ ਉਹ ਹੈ ਜਿਹਨੂੰ ਪਤਾ ਨਹੀਂ ਹੁੰਦਾ, ਡਰ ਜਾਂਦਾ, ਸਹਿਮ ਜਾਂਦਾ। ਵਿਗੜਦਾ ਉਹ ਹੈ ਜਿਹਨੂੰ ਕਾਨੂੰਨਾਂ ਦਾ ਪਤਾ ਲੱਗ ਜਾਂਦਾ, ਅਗਲਾ ਵਕੀਲ ਬਣ ਕੇ ਆ ਜਾਂਦਾ। ਸੋ ਕਾਫੀ ਲੋਕਾਂ ਨੇ ਇਹ ਕਹਿਤਾ ਸੀ ਕਿ ਇਹ ਤਾਂ ਵਕੀਲਾਂ ਦਾ ਸੰਵਿਧਾਨ ਹੀ ਹੈ ਨਾ, ਵੀ ਵਕੀਲ ਹੈ ਜਿਹੜਾ ਉਹਨਾਂ ਦੀਆਂ ਝੋਲੀਆਂ ਭਰਨ ਵਾਲਾ ਸੰਵਿਧਾਨ ਬਣ ਗਿਆ। ਸੋ ਇਸ ਕਰਕੇ ਜਿਹੜੇ ਮਤਲਬ ਉਹਦਾ ਵਿਸ਼ਲੇਸ਼ਣ ਜਾਂ ਉਹਦੇ ਵਿੱਚ ਦੋਸ਼ ਆ ਕੇ ਉਹਨਾਂ ਨੂੰ ਦੂਰ ਕਰਨ ਦੀ ਬਜਾਏ ਉਹਨੂੰ ਹੋਰ ਕਮਜ਼ੋਰ ਕਰਤਾ, ਸੋਧਾਂ ਕਰ ਕਰਕੇ ਉਹਨੂੰ ਹੋਰ ਜ਼ਿਆਦਾ ਕਮਜ਼ੋਰ ਕਰਤਾ, ਇਹਨਾਂ ਵੀਕ ਕਰਤਾ। ਤੇ ਇੱਕ ਬੁੱਢਾ ਸਿਸਟਮ ਸਾਡੇ ਕੋਲ ਮਿਲ ਗਿਆ ਸਾਨੂੰ, ਜਿਹੜਾ ਵੋਟਾਂ ਨਾਲ ਨਹੀਂ ਸੁਧਰ ਸਕਦਾ। ਸੋ ਇਹ ਮਤਲਬ ਕੀ ਹੈ ਕਿ ਰਾਜਤੰਤਰ ਨੂੰ ਸਲਾਊਗਾ ਹਾਵਜ਼। ਠੀਕ ਹੈ, ਤਾਂ ਕਰਕੇ ਤੁਹਾਨੂੰ ਇਹ ਨਾਲ ਆਪਾਂ ਐਡ ਕੀਤਾ ਕੰਮ ਨੂੰ, ਕਿ ਆਪਾਂ ਨੂੰ ਥੋੜਾ ਜਿਹਾ ਪਤਾ ਲੱਗ ਜੇ ਨਾ ਕਿ ਸਿਸਟਮ ਜਿਹੜਾ ਹੈਗਾ ਇਹ ਵੋਟਾਂ ਨਾਲ ਸੁਧਰਨ ਵਾਲਾ ਨਹੀਂ ਹੈ ਜੀ। ਗਿਆਨਵਾਨ ਹੋਵੋ, ਸਾਰੀਆਂ ਜਿਹੜੀਆਂ ਥਿਊਰੀਜ਼ ਆ ਇਹਨਾਂ ਨੂੰ ਇਕੱਲਾ ਪੇਪਰ ਤੱਕ ਹੀ ਨਹੀਂ ਨਾ, ਪੜ੍ਹ ਕੇ ਆਪਣੇ ਮਨ ਦੇ ਵਿੱਚ ਬਿਠਾਵੋ ਤੇ ਲੋਕਾਂ ਤੱਕ ਉਹ ਗਿਆਨ ਪਹੁੰਚਾਵੋ, ਤਾਂ ਕਿ ਲੋਕ ਆਪਣੀ ਅਨਪੜ੍ਹਤਾ ਇੰਨੀ ਜ਼ਿਆਦਾ ਹੈ ਤੇ ਇੰਨਾ ਜ਼ਿਆਦਾ ਲੋਕਾਂ ਦੇ ਵਿੱਚ ਲਿਮਿਟੇਸ਼ਨਾਂ ਲਾ ਲਓ ਜਾਂ ਉਹਨਾਂ ਤੇ ਕੰਡੀਸ਼ਨ ਹੈ ਕਿ ਬਹੁਤ ਔਖਾ ਕੰਮ ਹੈ। ਲੋਕਾਂ ਨੂੰ ਇਕਜੁੱਟ ਕਰਨਾ ਬਹੁਤ ਹੀ ਵੱਡਾ ਕੰਮ ਹੈ। ਲੋਕ ਵੋਟਾਂ ਦੇ ਵਿੱਚ ਹੀ ਵਿਸ਼ਵਾਸ ਕਰਕੇ 5 ਸਾਲ ਬਾਅਦ ਗੁੱਸਾ ਕੱਢੀ ਜਾਂਦੇ ਆਪਦਾ, ਤੇ ਉਹਨਾਂ ਦੇ ਵਿੱਚੋਂ 20-30 ਲੀਡਰ ਤਾਂ ਆਮ ਆਦਮੀ ਪਾਰਟੀ 'ਚ ਹੀ ਆ, ਅਕਾਲੀਆਂ ਕਾਂਗਰਸੀਆਂ ਦੇ। ਤੇ ਜਦੋਂ ਅਗਲੀ ਵਾਰ ਵੋਟਾਂ ਆਉਣਗੀਆਂ ਤੁਸੀਂ ਦੇਖੋ 70% ਇੱਧਰ ਆ ਜਾਣੀਆਂ, ਤੇ ਫਿਰ ਆਪਾਂ ਇਕੱਲੇ ਨਾਂ ਤੋਂ ਤੇ ਝੰਡੇ ਤੋਂ ਕੀ ਕਰਾਂਗੇ, ਹੈ ਨਾ। ਸੋ ਇਹ ਕਾਰਨ ਕਰਕੇ ਜਿਹੜਾ ਹੈਗਾ ਕਿ ਪੋਲੀਟੀਕਲ ਪਾਰਟੀਆਂ ਦੇ ਵਿੱਚ ਕਮੀਆਂ ਆਉਂਦੀਆਂ। ਕਿਉਂ ਆਉਂਦੀਆਂ? ਕਿਉਂਕਿ ਹਾਵਜ਼ ਕਹਿੰਦਾ ਉਹ ਆਪਦੇ ਦੋਸ਼ਾਂ ਨੂੰ, ਉਹਨਾਂ ਦਾ ਵਿਸ਼ਲੇਸ਼ਣ ਕਰਕੇ ਉਹਨਾਂ ਨੂੰ ਸੋਧਦੇ ਨਹੀਂ। ਠੀਕ ਹੈ, ਤੇ ਸ਼ਾਂਤਮਈ ਜੀਵਨ ਦੇ ਨਾਲ ਸ਼ਕਤੀਸ਼ਾਲੀ ਰਾਜ ਨਹੀਂ ਕਰਦੇ। ਸ਼ਕਤੀਸ਼ਾਲੀ ਦਾ ਮਤਲਬ ਇਹ ਨਹੀਂ ਕਿ ਡੰਡੇ ਨਾਲ ਕੁੱਟ ਮਾਰ ਕੇ ਲੋਕਾਂ ਨੂੰ ਰਾਜ ਦੇ ਵਿੱਚ ਲੈ ਕੇ ਆਉਣਾ, ਬਟ ਇੱਥੇ ਜਿਹੜੀ ਰਾਜਤੰਤਰ ਦੇ ਵਿੱਚ ਇਹ ਧੱਕਾਸ਼ਾਹੀ ਬਹੁਤ ਸੀਗੀ। ਬਟ ਹਾਵਜ਼ ਨੂੰ ਇਹ ਚੰਗਾ ਤਾਂ ਲੱਗਦਾ ਕਿ ਸੁਧਾਰ ਬਹੁਤ ਆਉਂਦੇ ਆ। ਇੱਕ ਤਾਂ ਉਹਨੇ ਸ਼ਾਂਤੀ ਬਹੁਤ ਟਾਈਮ ਬਾਅਦ ਦੇਖੀ ਹੁੰਦੀ ਹੈ ਜੰਗਾਂ ਯੁੱਧਾਂ ਤੋਂ ਬਾਅਦ ਚ, ਤੇ ਦੂਜਾ ਜਿਹੜੀਆਂ ਉਹਨੇ ਪ੍ਰਗਤੀਸ਼ੀਲ ਬਦਲਦਾ ਰਹਿੰਦਾ ਚਾਰਲਸ ਦੂਜਾ ਅੱਗੇ ਜਾ ਕੇ ਆਪਣਾ 14ਵੇਂ-15ਵੇਂ ਤੱਕ ਵੀ ਰਾਜਤੰਤਰ ਦੇ ਵਿੱਚ ਜਿਹੜਾ ਹੈਗਾ ਬੁਰਾਈਆਂ ਜ਼ਿਆਦਾ ਆ ਜਾਂਦੀਆਂ। ਮੋਸਟਲੀ ਸ਼ੁਰੂਆਤੀ ਦੌਰ ਬਹੁਤ ਵਧੀਆ ਹੁੰਦਾ ਰਾਜਤੰਤਰ ਦਾ। ਤੇ ਜੇ ਆਪਾਂ ਉਦਾਹਰਨ ਲਵਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਅੱਜ ਤੱਕ ਲੋਕ ਯਾਦ ਕਰਦੇ ਆ, ਤਾਂ ਉਹ ਵੀ ਇੱਕ ਰਾਜਤੰਤਰੀ ਸੀ। ਸੋ ਠੀਕ ਹੈ, ਮਤਲਬ ਜੇ ਅੱਗੇ ਜਾ ਕੇ ਦੱਸਦੇ ਆਪਾਂ ਨੂੰ ਕੀ ਹੈ, ਚਲੋ ਫਿਰ ਆਪਣਾ ਟੌਪਿਕ ਬੜਾ ਲੰਬਾ ਚਲਿਆ ਜਾਊਗਾ। ਹਾਵਜ਼ ਉੱਤੇ ਸਮਕਾਲੀ ਵਿਗਿਆਨਕ ਖੋਜਾਂ ਤੇ ਘਟਨਾਵਾਂ ਦਾ ਵੀ ਪ੍ਰਭਾਵ ਪਿਆ।
ਸਿੱਟੇ ਵਜੋਂ ਵਿਗਿਆਨਕ ਭੌਤਿਕਵਾਦੀ ਪ੍ਰਣਾਲੀ ਨੂੰ ਆਪਣੀ ਰਾਜਨੀਤਿਕ ਚਿੰਤਨ ਦਾ ਆਧਾਰ ਬਣਾਇਆ। ਸੋ ਇੱਥੇ ਵਿਗਿਆਨਕ ਵੀ ਹੋ ਜਾਂਦਾ। ਸਾਇੰਟਿਸਟ ਜਿਹੜੀਆਂ ਖੋਜਾਂ ਹੁੰਦੀਆਂ ਜਿਵੇਂ ਗਲੀਲੀਓ, ਨਿਊਟਨ ਵਗੈਰਾ, ਇਹਨਾਂ ਦੀਆਂ ਜਿਹੜੀਆਂ ਖੋਜਾਂ ਦਾ ਉੱਤੇ ਇੱਕ ਪ੍ਰਭਾਵ ਪੈਂਦਾ। ਫਿਰ ਉਹ ਸੋਚਦਾ ਵੀ ਵਾਕਈ ਇਹ ਚੀਜ਼ ਵੀ ਜ਼ਰੂਰੀ ਹੈ, ਵਿਗਿਆਨਕ ਦ੍ਰਿਸ਼ਟੀਕੋਣ ਹੋਣਾ ਵੀ ਜ਼ਰੂਰੀ ਹੈ। 17ਵੀਂ ਸਦੀ ਦੇ ਵਿੱਚ ਭੌਤਿਕ ਸ਼ਾਸਤਰ ਅਤੇ ਗਣਿਤ ਦੇ ਖੇਤਰ ਦੇ ਵਿੱਚ ਗੈਲੀਲੀਓ, ਨਿਊਟਨ, ਡੈਕਾਰਟੇ ਆਦਿ ਦੀਆਂ ਨਵੀਆਂ ਖੋਜਾਂ ਨੇ ਗਿਆਨ ਦੇ ਦਰਸ਼ਨ ਦੇ ਅਧਿਐਨ ਦੇ ਲਈ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ ਦੀ ਰੁਚੀ ਪੈਦਾ ਕੀਤੀ। ਸੋ ਇਹ ਤੁਸੀਂ ਗੈਲੀਲੀਓ, ਨਿਊਟਨ ਦੇ ਪੁਨਰ ਜਾਗਰਣ ਵਾਲੇ ਟੌਪਿਕ ਹਿਸਟਰੀ ਦੇ ਵਿੱਚ ਆਪਣੀਆਂ ਵੀਡੀਓ ਪਈਆਂ ਨਾ, ਉਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਕਿਹੜੀਆਂ ਖੋਜਾਂ ਕੀਤੀਆਂ ਸੀ। ਤੇ ਜਾਂ ਤੁਹਾਨੂੰ ਵੈਸੇ ਪਤਾ ਹੀ ਹੋਊਗਾ ਜੇ ਹਿਸਟਰੀ ਪੜ੍ਹਦੇ ਹੋ ਤਾਂ। ਹਾਵਜ਼ ਦੀਆਂ ਰਚਨਾਵਾਂ ਜਿਹੜੀਆਂ ਹੈਗੀਆਂ ਜੀ, ਇਹਨਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਨੋਟ ਕਰ ਲਿਓ। ਥੁਸੀਡਾਈਸਸ ਹੈ ਜਿਹੜੀ, ਇਹ ਪੁਸਤਕ ਅਨੁਵਾਦਿਤ ਹੈ, ਠੀਕ ਹੈ, ਮਤਲਬ ਇਹ ਅਨੁਵਾਦ ਕੀਤੀ ਹੋਈ ਹੈ ਇੰਗਲਿਸ਼ ਦੇ ਵਿੱਚ। ਅੱਗੇ ਹੈਗਾ ਡਿਕਾਰਪੋਰੇ ਪਾਲੀਟਿਕੋ। ਇਹ ਹਾਵਜ਼ ਨੇ ਪੁਸਤਕ ਹੈ ਜਿਹੜੀ ਲੇਵੀ ਆਥਨ ਦੀ ਭੂਮਿਕਾ ਵਾਂਗ ਮਾਨਵ ਪ੍ਰਕਿਰਤੀ ਦਾ ਸੰਖੇਪ ਪਰਿਚੈ ਦਿੱਤਾ। ਇਹਦੇ ਵਿੱਚ ਉਸਨੇ ਮਨੁੱਖ ਨੂੰ ਭੈਭੀਤ ਰਹਿਣ ਵਾਲਾ ਪ੍ਰਾਣੀ ਦੱਸਿਆ ਕਿ ਮਨੁੱਖ ਇੱਕ ਡਰਪੋਕ ਪ੍ਰਾਣੀ ਹੈ। ਭੈ ਕਾਰਨ ਕੁਦਰਤੀ ਅਵਸਥਾ ਵਿੱਚ ਯੁੱਧ ਦਾ ਵਾਤਾਵਰਨ ਬਣਦਾ ਹੈ ਜਦੋਂ ਉਹਨੂੰ ਡਰ ਹੋ ਜਾਂਦਾ, ਚਾਹੇ ਆਰਥਿਕ ਕੰਡੀਸ਼ਨਾਂ ਕਰਕੇ ਡਰ ਹੋ ਜਾਂਦਾ ਤੇ ਚਾਹੇ ਰਾਜਨੀਤਿਕ ਕੰਡੀਸ਼ਨਾਂ ਕਰਕੇ, ਚਾਹੇ ਉਹਦੇ ਆਪਦੇ ਸਮਾਜਿਕ ਹਾਲਾਤ ਹੀ ਦੇਸ਼ ਦੇ ਇੰਨੇ ਬਦਲ ਜਾਂਦੇ ਆ ਤੇ ਫਿਰ ਉਹ ਮਨੁੱਖ ਆ ਜਿਹੜਾ ਭੈਭੀਤ ਹੋ ਕੇ ਆਪਦੇ ਸਮਾਜਿਕ ਹਾਲਾਤਾਂ ਤੋਂ ਯੁੱਧ ਕਰਦਾ। ਮਤਲਬ ਭੈ, ਜਦੋਂ ਉਹਨੂੰ ਡਰ ਲੱਗੂਗਾ, ਮੰਨ ਲਓ ਇੱਕ ਕੁੱਤਾ ਹੈ, ਉਹ ਬੰਦੇ ਨੂੰ ਪੈ ਰਿਹਾ, ਭੌਂਕੂਗਾ ਤੇ ਮਨੁੱਖ ਨੂੰ ਮੂਹਰੇ ਪਤਾ ਲੱਗ ਗਿਆ ਵੀ ਹੁਣ ਮੈਨੂੰ ਵੱਢੂਗਾ, ਤੇ ਫਿਰ ਉਹ ਡਰ ਕਾਰਨ ਹੀ ਉਹਦੇ ਨਾਲ ਲੜੂਗਾ, ਹਨਾ, ਡਰ ਕਾਰਨ ਹੀ ਉਹਦੇ ਤੇ ਅਟੈਕ ਕਰੂਗਾ। ਸੋ ਇਹ ਕਹਿੰਦਾ ਵੀ ਇਹੋ ਜਿਹਾ ਸੁਭਾਅ ਹੈ ਮਨੁੱਖ ਦਾ। ਮਨੁੱਖ ਨੇ ਸਮਝੌਤੇ ਦੁਆਰਾ ਰਾਜ ਦੀ ਵਿਵਸਥਾ ਕੀਤੀ। ਰਾਜ ਦੇ ਆਦੇਸ਼ਾਂ ਦੀ ਪਾਲਣਾ ਮਨੁੱਖਾਂ ਨੂੰ ਕਰਨੀ ਚਾਹੀਦੀ ਹੈ। ਕਹਿੰਦਾ ਜਦੋਂ ਇਹ ਡਰ ਪੈਦਾ ਹੋ ਗਿਆ, ਉਹਨੂੰ ਹਰ ਪਾਸੇ ਹਮਲੇ ਦਾ ਜਾਂ ਲੜਾਈ ਦਾ ਡਰ ਰਹਿੰਦਾ ਸੀ, ਤਾਂ ਫਿਰ ਉਹਨਾਂ ਨੇ ਸਮਝੌਤਾ ਕਰਕੇ ਆਪਸੀ ਇੱਕ ਰਾਜਤੰਤਰ ਦੀ ਪ੍ਰਣਾਲੀ ਸ਼ੁਰੂ ਕਰ ਲਈ ਵੀ ਭਾਈ ਆਹ ਤੇਰਾ ਰਾਜ ਆ, ਮੇਰਾ ਰਾਜ, ਇਹਨਾਂ ਨੂੰ ਮੈਂ ਸਾਂਭੂ, ਇਹਨਾਂ ਨੂੰ ਤੂੰ ਸਾਂਭੂ। ਤੇ ਰਾਜ ਦੇ ਆਦੇਸ਼ਾਂ ਦਾ ਪਾਲਣ ਕਰਨਾ ਕਹਿੰਦਾ ਮਨੁੱਖ ਨੂੰ ਚਾਹੀਦਾ, ਉਹ ਮਨੁੱਖ ਉਹਦੇ ਐਂਟੀ ਨਹੀਂ ਜਾ ਸਕਦਾ। ਟੋਟਲੀ ਜਿਹੜਾ ਹੈਗਾ ਰਾਜਤੰਤਰ ਦੇ ਪੱਖੀ ਇਹ ਆਪਣਾ ਫਿਲਾਸਫਰ ਹੈ। ਡਾਕਟਰ ਸੇਵੇ ਡੀ ਸੇਵੇ ਹੈ ਜਿਹੜਾ ਪੁਸਤਕ ਪ੍ਰਕਾਸ਼ਨ ਪੈਰਿਸ ਦੇ ਵਿੱਚ ਹੋਇਆ, ਉਸ ਵਿੱਚ ਹਾਵਜ਼ ਨੇ ਪ੍ਰਭੂ ਸੱਤਾਧਾਰੀ ਰਾਜੇ ਦੀ ਲੋੜ ਤੇ ਰੌਸ਼ਨੀ ਪਾਈ ਹੈ ਤੇ ਉਸਦੀ ਪਰਿਭਾਸ਼ਾ ਇਹ ਕਹਿੰਦਾ ਰੱਬ ਹੈ, ਰੱਬ ਦਾ ਰੂਪ ਆ ਰਾਜਾ, ਤੇ ਇਹਨੂੰ ਪੂਜਣਾ ਚਾਹੀਦਾ ਮਨੁੱਖ ਨੂੰ, ਠੀਕ ਹੈ, ਇਹਦੇ ਨਾਲ ਇਹਦੇ ਮੁਤਾਬਕ ਚੱਲਣਾ ਚਾਹੀਦਾ, ਬਾਸ਼ਰਤੇ ਰਾਜਾ ਇਮਾਨਦਾਰ ਤੇ ਇੱਕ ਤਰ੍ਹਾਂ ਦਾ ਰਾਜਾ ਮਤਲਬ ਰੀਅਲ ਰਾਜਾ ਹੋਣਾ ਚਾਹੀਦਾ ਨਾ, ਕਦੀ ਖਾਨਾ ਪੂਰਤੀ ਉਹਦੇ ਤੇ ਵੀ ਦੇਊਗਾ ਆਪਦੇ ਵਿਚਾਰ। ਐਲੀਮੈਂਟਸ ਆਫ ਲਾ ਜਿਹੜੀ ਇਹਦੀ ਰਚਨਾ ਜੀ, ਇੱਕ ਲੇਵੀਆਥਨ 1651 ਸਭ ਤੋਂ ਮਹੱਤਵਪੂਰਨ ਗ੍ਰੰਥ। ਇਹ ਹਾਵਜ਼ ਦੇ ਵਿਚਾਰਾਂ ਦਾ ਪ੍ਰਤੀਨਿਧ ਗ੍ਰੰਥ ਹੈ। ਇਸ ਨੂੰ ਗ੍ਰਾਹਮ ਨੇ ਜਿਹੜਾ ਹੈਗਾ ਇੰਗਲੈਂਡ ਦੀ ਬਾਈਬਲ ਆਖਿਆ, ਠੀਕ ਹੈ, ਇਹ ਪੁਆਇੰਟ ਨੂੰ ਵੀ ਨੋਟ ਕਰ ਲਿਓ। ਗ੍ਰਾਹਮ ਇਹਨੂੰ ਕਹਿੰਦਾ ਇੰਗਲੈਂਡ ਦੀ ਬਾਈਬਲ। ਅਕਸ਼ਾਟ ਅਨਸਾਰ ਜਿਹੜਾ ਹੈਗਾ ਅਕਸ਼ਾਟ ਅਨਸਾਰੀ ਨੇ ਇਹਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਰਾਜਨੀਤੀ ਦਰਸ਼ਨ ਦੀ ਇੱਕੋ ਇੱਕ ਸਰਵੋਤਮ ਪੁਸਤਕ ਆਖਿਆ। ਕਹਿੰਦਾ ਅੰਗਰੇਜ਼ੀ ਦੇ ਵਿੱਚ ਜੇ ਸਾਨੂੰ ਕੋਈ ਸਭ ਤੋਂ ਵਧੀਆ ਬੁੱਕ ਮਿਲਦੀ ਹੈ ਤਾਂ ਉਹ ਇਹੀ ਮਿਲਦੀ ਹੈ, ਲੇਵੀਆਥਨ। ਇਹ ਪੁਸਤਕ ਦੇ ਵਿੱਚ ਰਾਜਨੀਤਿਕ, ਨੈਤਿਕ, ਸਮਾਜ ਸ਼ਾਸਤਰ ਆਦਿ ਵਿਸ਼ਿਆਂ ਦਾ ਬਹੁਤ ਹੀ ਤਰਕਪੂਰਨ ਵਿਵੇਚਨ ਕੀਤਾ ਗਿਆ ਹੈ। 4 ਭਾਗਾਂ ਦੇ ਵਿੱਚ ਵੰਡੀ ਹੋਈ ਹੈ। ਪਹਿਲਾ ਭਾਗ ਮਾਨਵ ਵਿੱਚ ਕੁਦਰਤੀ ਅਵਸਥਾ ਦਾ ਵਰਣਨ ਕੀਤਾ ਗਿਆ। ਦੂਜੇ ਭਾਗ ਦੇ ਵਿੱਚ ਰਾਜ ਦੀ ਉਤਪਤੀ ਦਾ ਵਿਸ਼ਲੇਸ਼ਣ ਕੀਤਾ ਗਿਆ ਵੀ ਰਾਜ ਉਤਪਤੀ ਕਿਵੇਂ ਹੋਈ। ਇਹਦੇ ਵਿੱਚ ਕੀ ਹੈ, ਕੁਦਰਤੀ ਅਵਸਥਾ ਚੋਂ ਕਿਵੇਂ ਰਹਿੰਦਾ ਸੀ, ਜਿਵੇਂ ਉਹ ਜੰਗਲਾਂ ਵਾਲਾ ਆਦਿ ਮਾਨਵ ਵਾਲਾ ਸਾਰਾ ਕੁਛ। ਰਾਜ ਦੀ ਉਤਪਤੀ ਫਿਰ ਕਿਵੇਂ ਹੋਈ, ਜਦੋਂ ਆਪਸ ਵਿੱਚ ਲੜਨ ਲੱਗ ਗਏ, ਫਿਰ ਉਹਨਾਂ ਨੇ ਏਰੀਏ ਵੰਡ ਲਏ, ਖੇਤਰ ਵੰਡ ਲਏ, ਭੂਗੋਲਿਕ ਥਾਵਾਂ ਨੂੰ ਵੰਡ ਲਿਆ ਤੇ ਫਿਰ ਰਾਜਤੰਤਰ ਪੈਦਾ ਹੋ ਗਿਆ। ਤੀਸਰੇ ਦੇ ਵਿੱਚ ਈਸਾਈ ਰਾਜ ਦਾ, ਚੌਥੇ ਦੇ ਵਿੱਚ ਅੰਧਕਾਰ ਦਾ ਰਾਜ, ਠੀਕ ਹੈ, ਈਸਾਈ ਰਾਜ ਦਾ ਵਰਣਨ ਕੀਤਾ। ਚਾਰਲਸ ਦੂਜੇ ਦੇ ਗੁਣਗਾਨ ਕੀਤਾ, ਉਹਦੇ ਗੁਣ ਗਾਏ ਆ। ਅੰਧਕਾਰ ਦੇ ਰਾਜ ਦੇ ਲੜਾਈ ਯੁੱਧਾਂ ਵਾਲਾ ਵਰਣਨ। ਧਰਮ ਦੇ ਸਥਾਨ ਤੇ ਰਾਜ ਸੱਤਾ ਦੇ ਅਧੀਨ ਸਰੂਪ ਬਾਰੇ ਜਿਹੜਾ ਹੈਗਾ ਵਿਚਕਾਰ ਇਹਦਾ ਵਿਚਾਰ ਕੀਤਾ। ਅੱਗੇ ਜੀ ਇਹ ਡਾਇਲੌਗ ਔਨ ਦਾ ਸਿਵਲ ਵਾਰਸ ਕਿਹਦੀ ਇਹ ਰਚਨਾ ਮਿਲਦੀ ਹੈ ਸਾਨੂੰ। ਪद्धति ਕੀ ਹੈ ਇਹ, ਮਤਲਬ ਅੱਗੇ ਜਾ ਕੇ ਪद्धति ਤੇ ਵਿਚਾਰ ਕਹਿੰਦਾ ਰਾਜਨੀਤਿਕ ਦਰਸ਼ਨ ਦਾ ਨਿਰਮਾਣ ਕਰਨ ਲਈ ਹਾਵਜ਼ ਨੇ ਆਪਣੇ ਪੂਰਵਰਤੀ ਵਿਚਾਰਕਾਂ ਦੀ ਤਰ੍ਹਾਂ ਇਤਿਹਾਸਕ ਆਗਮਨ ਤਮਕ ਅਤੇ ਪ੍ਰਯੋਗਾਤਮਕ ਵਿਧੀ ਨੂੰ ਨਾ ਅਪਣਾਉਂਦੇ ਹੋਏ ਵਿਗਿਆਨਕ ਅਤੇ ਨਿਗਨਾਤਮਕ ਪद्धति ਨੂੰ ਅਪਣਾਇਆ। ਇੱਕ ਤਾਂ ਨੇ ਸਾਇੰਟੀਫਿਕ ਤੇ ਦੂਜਾ ਨਿਗਨਾਤਮਕ। ਹਾਵਜ਼ ਆ ਜਿਹੜਾ ਇੱਕ ਭੌਤਿਕਵਾਦੀ ਵਿਚਾਰਕ ਸੀਗਾ, ਉਸਦਾ ਭੌਤਿਕਵਾਦੀ ਦਰਸ਼ਨ ਗਣਿਤ ਅਤੇ ਭੌਤਿਕ ਸ਼ਾਸਤਰ ਦੇ ਨਿਯਮਾਂ ਤੇ ਆਧਾਰਿਤ ਹੈ। ਰਾਜਨੀਤਿਕ ਸਮੱਸਿਆਵਾਂ ਦਾ ਵਿਵੇਚਨ ਕਰਨ ਵਿੱਚ ਉਸਨੇ ਭੌਤਿਕਵਾਦ ਤੇ ਵਿਗਿਆਨ ਦੀਆਂ ਪੱਧਤੀਆਂ ਦਾ ਪ੍ਰਯੋਗ ਕਰਦਿਆਂ ਹੋਇਆਂ ਆਪਣੀ ਵਿਚਾਰ ਪੱਧਤੀ ਨੂੰ ਵਿਗਿਆਨਕ ਭੌਤਿਕਵਾਦ ਦਾ ਰੂਪ ਪ੍ਰਦਾਨ ਕੀਤਾ ਹੈ।
दैवी अधिकार ਅਤੇ ਸਿਧਾਂਤ ਦੀ ਥਾਂ ਉਸ ਦੀ ਉਪਯੋਗਤਾ ਤੇ ਦੇ ਸਿਧਾਂਤ ਨੂੰ ਅਪਣਾ ਕੇ ਰਾਜਤੰਤਰ ਦੀ ਉਚਿਤਤਾ ਸਿੱਧ ਕੀਤੀ ਹੈ। ਵਿਗਿਆਨਕ ਭੌਤਿਕਵਾਦ ਦੇ ਵਿੱਚ ਕੀ ਕਹਿੰਦਾ ਜੀ, ਕਹਿੰਦਾ ਹਾਬਸ ਇਹ ਮੰਨ ਕੇ ਚੱਲਦਾ ਹੈ ਕਿ ਭੌਤਿਕ ਜਗਤ ਸ਼ੁੱਧ ਰੂਪ ਵਿੱਚ ਇੱਕ ਮਸ਼ੀਨੀ ਪਾਤੀ ਹੈ। ਇਸ ਵਿੱਚ ਵਾਪਰਨ ਵਾਲੀਆਂ ਸਾਰੀਆਂ ਘਟਨਾਵਾਂ ਇੱਕ ਦੂਜੇ ਦੇ ਨਾਲ ਸੰਬੰਧ ਰੱਖਣ ਵਾਲੇ ਪਦਾਰਥਾਂ ਦੀ ਗਤੀਸ਼ੀਲਤਾ ਦੇ ਫਲਸਰੂਪ ਇੱਕ ਲੜੀ ਵਿੱਚ ਪਰੋਈਆਂ ਜਾਂਦੀਆਂ ਹਨ। ਇਸ ਪਦਾਰਥਵਾਦੀ ਜਗਤ ਦੇ ਵਿੱਚ ਪਦਾਰਥ ਦੇ ਵੱਖ-ਵੱਖ ਰੂਪਾਂ ਦੇ ਦਰਮਿਆਨ ਭੇਦ ਕਰਨ ਦੀ ਕਸੌਟੀ ਉਹਨਾਂ ਵਿਚਲੀਆਂ ਗਤੀਆਂ ਦਰਮਿਆਨ ਭੇਦ ਦਾ ਹੋਣਾ ਹੈ। ਠੀਕ ਹੈ, ਮਤਲਬ ਉਹਨਾਂ ਦੇ ਵਿੱਚ ਜਿਹੜੇ ਭੇਦ ਹੈ, ਉਹਨਾਂ ਦੇ ਵਿੱਚ ਜਿਹੜੇ ਡਿਫਰੈਂਸ ਹੈ, ਉਹੀ ਕਾਰਨ ਹੈ ਉਹਨਾਂ ਦੀ ਡਿਫਰੈਂਸੈਂਸ ਦਾ। ਠੀਕ ਹੈ, ਉਹ ਪਦਾਰਥਵਾਦ ਤੇ ਜਿਹੜਾ ਹੁਣ ਦਾ ਯੁੱਗ ਹੈ ਪਦਾਰਥਵਾਦੀ ਮਨੁੱਖ ਪਦਾਰਥਵਾਦੀ ਯੁੱਗ, ਇਸ ਦਾ ਭਾਵ ਇਹ ਹੈ ਕਿ ਜੇਕਰ ਸਾਰੇ ਪਦਾਰਥ ਗਤੀਹੀਣ ਰਹਿਣ ਜਾਂ ਸਭ ਦੀ ਗਤੀ ਦੀ ਮਾਤਰਾ ਤੇ ਇਸ ਦਾ ਇੱਕੋ ਜਿਹੀ ਹੋਵੇ ਤਾਂ ਉਹਨਾਂ ਦਰਮਿਆਨ ਭੇਦ ਕਰਨ ਦੀ ਕੋਈ ਵਿਸ਼ੇਸ਼ ਪ੍ਰਗਤੀ ਨਹੀਂ ਹੋ ਸਕਦੀ। ਸਮਝ ਗਏ ਨਾ, ਕਿ ਜੇਕਰ ਸਾਰੇ ਪਦਾਰਥ ਹੈ ਉਹ ਗਤੀਹੀਣ ਰਹਿਣਗੇ, ਸਾਰਾ ਕੁਝ ਚੱਲਦਾ ਰਹੂਗਾ, ਠੀਕ ਹੈ, ਸਿਸਟਮੈਟਿਕ ਤਰੀਕੇ ਦੇ ਨਾਲ, ਤੇ ਗਤੀ ਦੀ ਮਾਤਰਾ ਤੇ ਦਿਸ਼ਾ ਇੱਕੋ ਜਿਹੀ ਹੋਊਗੀ। ਮਤਲਬ ਇੱਕ ਮਨੁੱਖ ਹੈ ਜਿਹੜਾ ਉਹ 8-10 ਘੰਟੇ ਮਿਹਨਤ ਕਰ ਰਿਹਾ, ਇੱਕ ਮਨੁੱਖ ਹੈ ਜਿਹੜਾ 8-10 ਘੰਟੇ ਬਹਿ ਕੇ ਮੁੜਿਆ ਆਉਂਦਾ ਹੈ ਨਾ ਹੁਕਮ ਲਾ ਕੇ, ਤੇ ਉਹ ਮਨੁੱਖ ਹੈ ਜਿਹੜਾ ਉਹ ਤੋਂ ਇਕੋਨਮੀ ਦੇ ਤੌਰ ਤੇ, ਭੌਤਿਕਤਾ ਦੇ ਤੌਰ ਤੇ, ਪਦਾਰਥਵਾਦ ਦੇ ਤੌਰ ਤੇ ਪਿੱਛੇ ਹੈ, ਤੇ ਜਿਹੜਾ ਆਰਡਰ ਦਿੰਦਾ ਇਕੱਲੇ ਉਹ ਮਨੁੱਖ ਤੋਂ ਆਰਥਿਕਤਾ ਦੇ ਤੌਰ ਤੇ, ਭੌਤਿਕਤਾ ਦੇ ਤੌਰ ਤੇ ਜਿਹੜਾ ਉੱਪਰ ਹੈ। ਇੱਥੇ ਸਮਾਜਵਾਦ ਦਾ ਥੋੜਾ ਜਿਹਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਚੀਜ਼ ਨੂੰ ਟੱਚ ਜੇ ਕਰਦਾ ਕਿ ਬਰਾਬਰਤਾ ਵਾਲੀ, ਮਤਲਬ ਉਹ ਭੇਦ ਹੈ ਜਿਹੜੇ, ਜਾਂ ਉਹਦੇ ਵਿੱਚ ਜਿਹੜੀ ਭਿੰਨਤਾ ਹੈਗੀ ਅਮੀਰੀ ਗਰੀਬੀ ਦੀ, ਉਹਦੇ ਲਈ ਬਰਾਬਰਤਾ ਦਾ ਹੋਣਾ ਜ਼ਰੂਰੀ ਹੈ। ਹਾਬਸ ਦਾ ਕਥਨ ਹੈ ਕਿ ਪਦਾਰਥਵਾਦੀ ਜਗਤ ਦੇ ਵਿੱਚ ਮਨੁੱਖ ਵੀ ਇੱਕ ਮਸ਼ੀਨ ਵਾਂਗੂ ਹੈ। ਉਸਦੇ ਸਾਰੇ ਲੱਛਣ ਤੇ ਵਿਹਾਰ ਉਸਦੇ ਸਰੀਰ, ਜੰਤਰ, ਵਿਭਿੰਨ ਅੰਗਾਂ ਤੇ ਗਤੀਸ਼ੀਲਤਾ ਦੇ ਪ੍ਰਮਾਣ ਹਨ। ਮਨੁੱਖ ਹੋਰ ਜੀਵਾਂ ਦੇ ਮੁਕਾਬਲੇ ਅਤਿਅੰਤ ਜਟਿਲ ਪ੍ਰਕਾਰ ਦਾ ਜੰਤਰ ਹੈ। ਇਸ ਵਿੱਚ ਭਾਵਨਾ, ਸੰਵੇਗ, ਵਿਚਾਰ, ਯਾਦ ਆਦਿ ਸ਼ਕਤੀਆਂ ਹਨ ਜੋ ਦੂਜੇ ਜੀਵਾਂ ਦੇ ਵਿੱਚ ਨਹੀਂ ਹੁੰਦੀਆਂ ਜਾਂ ਨਾ ਮਾਤਰ ਹੁੰਦੀਆਂ। ਠੀਕ ਹੈ, ਹੁਣ ਦੇਖੋ ਇਹ ਕਹਿੰਦਾ ਜਿਹੜਾ ਮਨੁੱਖ ਹੈ ਉਹ ਦੂਜੇ ਜੀਵਾਂ ਦੇ ਮੁਕਾਬਲੇ ਅਤਿਅੰਤ ਜਟਿਲ ਪ੍ਰਕਾਰ ਦਾ ਹੈ, ਉਹ ਉਲਝਿਆ ਹੋਇਆ, ਠੀਕ ਹੈ, ਗੁੰਝਲੀ ਹੋਈ ਤਾਣੀ ਹੈ ਕਹਿੰਦਾ ਮਨੁੱਖ। ਇਹਦੇ ਵਿੱਚ ਕੀ ਹੈ, ਭਾਵਨਾਵਾਂ, ਸੰਵੇਗ, ਵਿਚਾਰ, ਯਾਦ ਆਦਿ ਸ਼ਕਤੀਆਂ ਹਨ, ਦੂਜਿਆਂ ਦੇ ਵਿੱਚ ਇਹ ਸ਼ਕਤੀਆਂ ਹੈ ਨਹੀਂ, ਜੋ ਦੂਜੇ ਜੀਵਾਂ ਵਿੱਚ ਨਹੀਂ ਹੁੰਦੀਆਂ ਜਾਂ ਨਾ ਮਾਤਰ ਹੁੰਦੀਆਂ, ਸੀਮਤ ਜੀਆਂ ਹੁੰਦੀਆਂ। ਠੀਕ ਹੈ, ਭਾਵਨਾਵਾਂ ਮੋਸਟਲੀ ਜਾਂ ਸੰਵੇਗ ਜਿਹੜਾ ਹੈਗਾ ਤੇ ਖਾਸ ਕਰਕੇ ਯਾਦ ਹੈ ਜਿਹੜੀ, ਇਹ ਤਾਂ ਬਹੁਤ ਸੀਮਤ ਹੁੰਦੀ ਹੈ ਦੂਜੇ ਜਾਨਵਰ ਪੰਛੀਆਂ ਦੇ ਵਿੱਚ, ਬਟ ਮਨੁੱਖ ਦੇ ਵਿੱਚ ਇਹ ਲੰਬਾ ਟਾਈਮ ਚੱਲਦੀ ਹੈ। ਤੇ ਭਾਵਨਾਵਾਂ ਤਾਂ ਚਲੋ ਹੁੰਦੀ ਹੈ ਹਰ ਇੱਕ ਦੇ ਵਿੱਚ ਨਾ, ਭਾਵਨਾਵਾਂ ਜਿਹੜੀ ਹੈਗੀ, ਪਰ ਇਹ ਵੀ ਇਹ ਹੈ ਕਿ ਮਨੁੱਖ ਦੇ ਵਿੱਚ ਭਾਵਨਾਵਾਂ ਜ਼ਿਆਦਾ ਹੁੰਦੀਆਂ, ਜਿਹੜੇ ਪਸ਼ੂ ਪੰਛੀ ਜਾਨਵਰ ਆ ਉਹਨਾਂ ਦੇ ਵਿੱਚ ਭਾਵਨਾਵਾਂ ਘੱਟ ਹੁੰਦੀਆਂ। ਠੀਕ ਹੈ ਜੀ, ਪਰ ਮਨੁੱਖ ਦੇ ਵਿੱਚ ਇਹਨਾਂ ਸ਼ਕਤੀਆਂ ਦੇ ਹੋਣ ਦਾ ਕਾਰਨ ਹੀ ਗਤੀਸ਼ੀਲਤਾ ਹੈ। ਜੇ ਸ਼ਕਤੀਆਂ ਤੇ ਤਾਂ ਹੀ ਮਨੁੱਖ ਗਤੀਸ਼ੀਲ ਹੈ, ਤਾਂ ਹੀ ਮਨੁੱਖ ਸਭ ਤੋਂ ਉੱਤਮ ਜਾਤੀ ਹੈ, ਨਹੀਂ ਤਾਂ ਦੂਜੇ ਪਸ਼ੂਆਂ ਵਾਂਗੂ ਹੀ ਤੁਰਿਆ ਫਿਰਨਾ ਸੀ ਕਹਿੰਦਾ ਉਹਨੇ। ਮਨੁੱਖ ਦਾ ਸਾਰਾ ਗਿਆਨ ਸਿਰਫ ਇੰਦਰੀਆਂ ਦੁਆਰਾ ਸੰਚਾਲਿਤ ਹੁੰਦਾ ਹੈ। ਇੱਥੇ ਦੇਖੋ, ਹਰ ਵਿਚਾਰ ਕਿਸੇ ਬਾਹਰੀ ਵਸਤੂ ਦੀ ਗਤੀ ਦੁਆਰਾ ਮਨੁੱਖ ਦੇ ਕਿਸੇ ਗਿਆਨ ਇੰਦਰੀ ਉੱਪਰ ਹੋਣ ਵਾਲੇ ਪ੍ਰਭਾਵ ਦਾ ਪ੍ਰਮਾਣ ਹੈ। ਉਸ ਦੀ ਮਾਨਸਿਕ ਅਤੇ ਨੈਤਿਕ ਧਾਰਨਾ ਦਾ ਸੋਮਾ ਵੀ ਪਦਾਰਥ ਅਤੇ ਉਸ ਦੀਆਂ ਗਤੀਆਂ ਹਨ। ਸੋ ਹੁਣ ਜਿਹੜਾ ਜੇ ਆਪਾਂ ਅਰਸਤੂ ਰੂਸੋ ਦੇ ਟਾਈਮ ਨੂੰ ਲਵਾਂਗੇ ਤਾਂ ਉਹ ਕਹਿੰਦੇ ਆ ਵੀ ਇੰਦਰੀਆਂ ਦਾ ਗਿਆਨ ਹੈ ਜਿਹੜਾ ਮਨੁੱਖ ਨੇ ਦੇਖ ਲਿਆ, ਸੁਣ ਲਿਆ, ਹਨਾ, ਆਪਦੇ ਸਾਹਮਣੇ, ਉਹ ਸੱਚ ਨਹੀਂ ਹੁੰਦਾ, ਸੱਚ ਉਹ ਤੋਂ ਪਿੱਛੇ ਹੈ। ਬਟ ਇਹ ਕਹਿੰਦਾ ਕਿ ਇੰਦਰੀਆਂ ਦਾ ਦੁਆਰਾ ਇਹ ਗਿਆਨ ਸੰਚਾਲਿਤ ਹੁੰਦਾ, ਚੱਲਦਾ ਇਹਨਾਂ ਦੁਆਰਾ ਹੀ ਹੈ। ਠੀਕ ਹੈ, ਇੱਥੇ ਇਹ ਐ ਨਹੀਂ ਕਹਿੰਦਾ ਵੀ ਉਹ ਸਹੀ ਹੈ ਜਾਂ ਗਲਤ ਹੈ, ਇੱਥੇ ਕਹਿੰਦਾ ਚਲਾਉਣ ਵਾਲੀਆਂ ਇੰਦਰੀਆਂ, ਜੇ ਅੱਖਾਂ ਹੈਗੀਆਂ ਤਾਂ ਹੀ ਮਨੁੱਖ ਅੱਗੇ ਪ੍ਰਗਤੀਸ਼ੀਲ, ਜੇ ਉਹਦੇ ਹੱਥ ਚੱਲਦੇ ਆ ਤਾਂ ਹੀ ਉਹ ਕੰਮ ਕਰਦਾ, ਜੇ ਉਹਦੇ ਮੂੰਹ ਆ ਤਾਂ ਹੀ ਉਹ ਖਾਣਾ ਖਾਂਦਾ, ਜੇ ਉਹਦੇ ਨੱਕ ਆ ਤਾਂ ਹੀ ਉਹ ਸਾਹ ਲੈਂਦਾ, ਜੇ ਉਹਦੇ ਕੰਨ ਆ ਤਾਂ ਹੀ ਉਹ ਸੁਣ ਪਾਉਂਦਾ, ਹਨਾ। ਸੋ ਸਾਰੀਆਂ ਜਿਹੜੀਆਂ ਮਨੁੱਖ ਦੀਆਂ ਇੰਦਰੀਆਂ ਉਹ ਤਾਂ ਹੀ ਕੰਮ ਕਰਦੀਆਂ ਜੇ ਸੰਚਾਲਿਤ ਕਿਰਿਆ ਦੇ ਵਿੱਚ ਹੈ। ਜੇ ਖੜ ਜਾਣ ਤਾਂ ਮਨੁੱਖ ਵੀ ਖੜ ਜਾਊਗਾ ਨਾ। ਉਸਦੀ ਮਾਨਸਿਕ ਤੇ ਨੈਤਿਕ ਧਾਰਨਾ ਦਾ ਸੋਮਾ ਪਦਾਰਥ ਅਤੇ ਉਸਦੀਆਂ ਗਤੀਆਂ ਹੀ ਹਨ। ਸੋ ਤਾਂ ਕਰਕੇ ਉਹਦੇ ਮਨੁੱਖ ਦੇ ਵਿੱਚ ਪਦਾਰਥਵਾਦ ਜਾਂ ਕਹਿ ਲਓ ਲਾਲਸਾਵਾਂ ਪੈਦਾ ਹੁੰਦੀਆਂ, ਤੇ ਫੇਰ ਹੀ ਉਹਦੇ ਵਿੱਚ ਇੱਛਾ ਹੁੰਦੀ ਹੈ ਗਤੀਵਾਨ ਹੋਣ ਦੀ, ਮੈਂ ਅੱਗੇ ਵਧੀ ਜਾਵਾਂ, ਅੱਗੇ ਵਧੀ ਜਾਵਾਂ, ਮੇਰੇ ਕੋਲ ਆਹ ਹੋਵੇ, ਮੇਰੇ ਕੋਲ ਆਹ ਹੋਵੇ ਨਾ, ਵੀ ਮੈਂ MLA, ਮੈਂ ਮੁੱਖ ਮੰਤਰੀ ਹੋਵਾਂ, ਹੁਣ ਮੈਂ ਮੁੱਖ ਮੰਤਰੀ ਹਾਂ, ਫਿਰ ਮੈਂ ਪ੍ਰਧਾਨ ਮੰਤਰੀ ਹੋਵਾਂ, ਰਾਜਨੀਤਿਕ ਲੀਡਰਾਂ ਦੇ ਸੁਪਨੇ। ਇਸ ਤਰ੍ਹਾਂ ਮਨੁੱਖੀ ਪ੍ਰਕਿਰਤੀ ਦੇ ਵਿੱਚ ਇੱਛਾ ਤੇ ਨਫ਼ਰਤ ਦੀ ਉਤਪਤੀ ਜਿਹੜੀ ਹੈਗੀ ਹੈ ਬਾਹਰੀ ਪਦਾਰਥਾਂ ਦੁਆਰਾ ਉਤਪੰਨ ਗਤੀ ਦੇ ਪ੍ਰਤੀ ਮਾਨਵ ਚੇਤਨਾ ਦੀ ਪ੍ਰਤੀਕਿਰਿਆ ਹੁੰਦੀ ਹੈ। Sorry, ਠੀਕ ਹੈ ਜੀ। ਸੋ ਇਹ ਕਰਕੇ ਕਹਿੰਦਾ ਜਿਹੜੀ ਇੱਛਾ ਹੈ ਤੇ ਨਫ਼ਰਤ ਹੈ ਇਹਨਾਂ ਦੀ ਉਤਪਤੀ ਤਾਂ ਹੀ ਹੁੰਦੀ ਹੈ ਜਦੋਂ ਆਪਦੀਆਂ ਇੰਦਰੀਆਂ ਦੇ ਦੁਆਰਾ ਬਾਹਰੀ ਪਦਾਰਥਾਂ ਨੂੰ ਵੇਖਦਾ ਤੇ ਉਹਨਾਂ ਪ੍ਰਤੀ ਉਹਦਾ ਆਕਰਸ਼ਣ ਜਾਂਦਾ ਹੈ। ਅੱਗੇ ਜੀ ਭੌਤਿਕ ਮਨੋਵਿਗਿਆਨਕ ਦੁਆਰਾ ਮਨੁੱਖੀ ਸੁਭਾਅ ਦਾ ਅਧਿਐਨ। ਹਾਬਸ ਨੇ ਉਪਰੋਕਤ ਸਿਧਾਂਤ ਦੇ ਆਧਾਰ ਤੇ ਆਪਣਾ ਗ੍ਰੰਥ ਲੇਵੀਆਥਨ ਦੀ ਰਚਨਾ ਕੀਤੀ ਹੈ। ਸੋ ਇਹ ਸਿਧਾਂਤ ਹੈ ਮੇਨ ਭੌਤਿਕ ਮਨੋਵਿਗਿਆਨ ਦੁਆਰਾ ਮਨੁੱਖੀ ਸੁਭਾਅ ਦਾ ਅਧਿਐਨ,
ਲੇਵੀਆਥਨ ਦਾ ਇਹ ਮੇਨ ਆਪਾਂ ਕਹਿ ਸਕਦੇ ਹਾਂ ਕਨਕਲੂਜਨ ਹੈ, ਉਹਦਾ ਛਿੱਟਾ ਹੈ, ਉਹਦਾ ਸਰਲੇਖ ਹੈ। ਸਿਬਾਈਨ ਅਨੁਸਾਰ ਹਾਵਜ਼ ਦਾ ਦਰਸ਼ਨ ਮਨੋਵਿਗਿਆਨ ਅਤੇ ਰਾਜਨੀਤੀ ਨੂੰ ਸਪਸ਼ਟ ਤੌਰ ਤੇ ਭੌਤਿਕ ਵਿਗਿਆਨਾਂ ਵਿੱਚ ਵਿਲੀਨ ਕਰਨ ਦੀ ਯੋਜਨਾ ਦੇ ਰੂਪ ਦੇ ਵਿੱਚ ਹੈ। ਉਹ ਇਹਨਾਂ ਮੁਸ਼ਕਲਾਂ ਦੇ ਨਿਵਾਰਨ ਲਈ ਰਾਜਨੀਤਿਕ ਸਮਾਜ ਦਾ ਨਿਰਮਾਣ ਅਤੇ ਮਨੁੱਖ ਦੇ ਆਚਰਣ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦੇ ਅੰਤਰਗਤ ਸਿਰਫ ਭੌਤਿਕ ਤੱਤਾਂ ਦੀ ਹੋਂਦ ਨੂੰ ਸਹੀ ਸਵੀਕਾਰ ਕਰਦਾ ਹੈ, ਕਿਸੇ ਵੀ ਰੂਪ ਵਿੱਚ ਅਧਿਆਤਮਕ ਅਤੇ ਦੈਵੀ ਸੱਤਾ ਦੀ ਹੋਂਦ ਨੂੰ ਨਹੀਂ ਮੰਨਦਾ। ਇਸ ਲਈ ਹਾਵਜ਼ ਦਾ ਰਾਜਨੀਤਿਕ ਦਰਸ਼ਨ ਵਿਗਿਆਨਕ ਭੌਤਿਕਵਾਦ ਦੇ ਨਾਂ ਨਾਲ ਪ੍ਰਸਿੱਧ ਹੈ। ਉਹ ਕਹਿੰਦਾ ਅਧਿਆਤਮਕ ਜਾਂ ਦੈਵੀ ਸੱਤਾ ਕੁਛ ਨਹੀਂ ਹੁੰਦਾ, ਠੀਕ ਹੈ ਜੀ, ਸਿਰਫ ਭੌਤਿਕ ਤੱਤਾਂ ਦੀ ਹੋਂਦ ਹੀ ਹੈ ਮਨੁੱਖ 'ਚ। ਇਸ ਲਈ ਉਸ ਨੂੰ ਰਾਜਨੀਤਿਕ ਚਿੰਤਨ ਅਤੇ ਇਤਿਹਾਸ ਦੇ ਵਿੱਚ ਸਮਾਜਿਕ ਸਮਝੌਤਾਵਾਦੀ ਵਿਚਾਰਕ ਮੰਨਿਆ ਜਾਂਦਾ ਹੈ। ਸੋ ਇਹਨੂੰ ਮੰਨਿਆ ਕੀ ਜਾਂਦਾ ਹੈ, ਰਾਜਨੀਤਿਕ ਚਿੰਤਨ ਦੇ ਵਿੱਚ ਸਮਾਜਿਕ ਸਮਝੌਤਾਵਾਦੀ ਇਹ ਥਿੰਕਰ ਸੀਗਾ। ਜਿਵੇਂ ਆਪਾਂ ਕਹਿੰਦੇ ਕਾਰਲ ਮਾਰਕਸਵਾਦੀ ਸੀ, ਇਹ ਸੀਗਾ ਸਮਾਜਿਕ ਸਮਝੌਤਾਵਾਦੀ। ਹਾਵਜ਼ ਦੇ ਮਨੁੱਖੀ ਸੁਭਾਅ ਸੰਬੰਧੀ ਵਿਚਾਰ ਦੇਖੋ ਜੀ। ਕਹਿੰਦਾ ਹਾਵਜ਼ ਰਾਜ ਦਾ ਅਧਿਐਨ ਮਨੁੱਖ ਸੁਭਾਅ ਦੇ ਵਿਸ਼ਲੇਸ਼ਣ ਤੋਂ ਕਰਦਾ ਨਿਰੰਕੁਸ਼ ਰਾਜਤੰਤਰ ਦੀ ਸਥਾਪਨਾ ਕਰਨਾ ਚਾਹੁੰਦਾ ਹੈ ਸਾਰੀ ਦੁਨੀਆ ਦੇ ਵਿੱਚ। ਉਸਨੇ ਮਾਨਵ ਪ੍ਰਕਿਰਤੀ ਦਾ ਵਿਸ਼ਲੇਸ਼ਣ ਕਰਨ ਲਈ ਮਨੋਵਿਗਿਆਨਕ ਤੱਥਾਂ ਦੀ ਵਰਤੋਂ ਕੀਤੀ ਹੈ। ਸੋ ਸਾਈਕੋਲੋਜੀਕਲੀ ਇਫੈਕਟ ਦੱਸੇ ਉਹਨੇ, ਐਵੇਂ ਨਹੀਂ ਵੀ ਉਹੀ ਕਹਤਾ ਵੀ ਰਾਜਤੰਤਰ ਵਧੀਆ ਹੁੰਦਾ। ਉਸਨੇ ਆਖਿਆ ਕਿ ਮਨੁੱਖ ਦਾ ਅਧਿਐਨ ਹਰ ਵਿਅਕਤੀ ਦਾ ਅਸਲ ਵਿੱਚ ਆਪਣੇ ਆਪ ਅਧਿਐਨ ਹੈ। ਮਾਨਵ ਪ੍ਰਕਿਰਤੀ ਬਾਰੇ ਵਿਚਾਰ ਸਾਨੂੰ ਸਭ ਤੋਂ ਪਹਿਲਾਂ ਉਸਦੀ ਰਚਨਾ ਡੀ ਕਾਰਪੋਰੇ ਪੋਲੀਟਿਕੋ ਦੇ ਵਿੱਚੋਂ ਮਿਲਦੀ ਹੈ। ਇਸ ਦੇ ਬਾਅਦ ਇਹੋ ਜਿਹੇ ਵਿਚਾਰ ਲੇਵੀਆਥਨ ਦੇ ਪਹਿਲੇ ਭਾਗ ਤੇ ਅੰਤਿਮ 4 ਅਧਿਆਵਾਂ ਦੇ ਵਿੱਚ ਮਿਲਦੇ। ਅੱਗੇ ਜੀ ਅਰਸਤੂ ਦੇ ਉਲਟੋ ਮੰਨਦਾ ਹੈ ਕਿ ਮਨੁੱਖ ਸਮਾਜਿਕ ਪ੍ਰਾਣੀ ਹੈ, ਠੀਕ ਹੈ। ਉਸ ਨੇ ਮਨੁੱਖ ਨੂੰ ਸਵਾਰਥੀ, ਦੁਸ਼ਟ, ਲੜਾਈ ਨੂੰ ਪਿਆਰ ਕਰਨ ਵਾਲਾ, ਭੈ-ਭੀਤ ਰਹਿਣ ਵਾਲਾ ਪ੍ਰਾਣੀ ਦੱਸਿਆ ਵੀ ਉਹਦੇ ਵਿੱਚ ਸਵਾਰਥ ਵੀ ਹੈ ਤੇ ਦੁਸ਼ਟਪੁਣਾ ਵੀ ਹੈ, ਉਹਦੇ ਵਿੱਚ ਪਾਪੀ ਵੀ ਆ, ਉਹ ਲੜਾਈ ਨੂੰ ਵੀ ਪਿਆਰ ਕਰਦਾ, ਉਹ ਲੜਨਾ ਪਸੰਦ ਕਰਦਾ ਤੇ ਡਰਪੋਕ ਵੀ ਆ ਉਹ। ਉਸਨੇ ਕਿਹਾ ਡਰਪੋਕ ਕਿਉਂ ਹੈ, ਕਿਉਂਕਿ ਜਦੋਂ ਉਹਨੂੰ ਡਰ ਹੁੰਦਾ ਫੇਰ ਹੀ ਲੜਦਾ, ਠੀਕ ਹੈ। ਜਦੋਂ ਉਹਨੂੰ ਡਰ ਹੋਊਗਾ ਤਾਂ ਫੇਰ ਹੀ ਉਹ ਲੜੂਗਾ, ਜੇ ਡਰ ਨਾ ਹੋਊਗਾ ਤਾਂ ਫਿਰ ਉਹ ਕਹਿੰਦਾ ਲੜਦਾ ਨਹੀਂ। ਚਾਹੇ ਹੁਣ ਵੇਖੋ, ਮੰਨ ਲਓ ਇੱਕ ਇਹ ਪਰਸਨ ਹੈ, ਠੀਕ ਹੈ, ਇਹ ਬਹੁਤ ਦਲੇਰ ਤੇ ਬਹਾਦਰ ਹੈ, ਠੀਕ ਹੈ, ਇਹ ਚੱਲਦਾ ਨਹੀਂ, ਇਹ ਬਹੁਤ ਦਲੇਰ ਤੇ ਬਹਾਦਰ ਹੈ, ਠੀਕ ਹੈ ਜੀ। ਤੇ ਇੱਕ ਬੀ ਪਰਸਨ ਹੈ, ਇਹ ਵੀ ਦਲੇਰ ਤੇ ਬਹਾਦਰ ਹੈ, ਠੀਕ ਹੈ, ਇਹ ਵੀ ਦਲੇਰ ਤੇ ਬਹਾਦਰ ਹੈ, ਜਾਂ ਕਹਿ ਲਓ ਕਮਜ਼ੋਰ ਹੈ। ਹੁਣ ਜਦੋਂ ਇਹਨੂੰ ਡਰ ਹੋਊਗਾ ਕਿ ਮੇਰੇ ਨਾਲ ਟੱਕਰੂਗਾ ਤਾਂ ਦੋਨੇ ਜਾਣੇ ਦਲੇਰੀ ਨਾਲ ਲੜਨਗੇ। ਕਿਉਂਕਿ ਉਹਨੂੰ ਡਰ ਹੈ ਵੀ ਕਿਤੇ ਮੈਨੂੰ ਨਾ ਹਰਾ ਦੇ ਜਾਂ ਕਿਤੇ ਮੈਥੋਂ ਅੱਗੇ ਨਾ ਹੋ ਜੇ, ਹਨਾ, ਚਾਹੇ ਘੋਲ ਦੇ ਵਿੱਚ, ਚਾਹੇ ਯੁੱਧ ਦੇ ਵਿੱਚ, ਚਾਹੇ ਆਰਥਿਕ ਤੌਰ ਤੇ, ਕਿਸੇ ਵੀ ਤਰੀਕੇ ਨਾਲ। ਤੇ ਜੇ ਕਮਜ਼ੋਰ ਹੋਊਗਾ ਤੇ ਉਹ ਤਾਂ ਲੜੂਗਾ ਹੀ, ਫਿਰ ਉਹਨੂੰ ਐ ਹੋਊਗਾ ਵੀ ਭਾਈ ਇਹ ਤਾਂ ਮੈਨੂੰ ਜਮੇ ਖਤਮ ਕਰ ਦੂ, ਮੈਂ ਤਾਂ ਲੜਨਾ ਹੀ ਹੈ, ਯੂਕਰੇਨ ਵਾਂਗੂ, ਠੀਕ ਹੈ। ਫਿਰ ਉਹ ਲੜੂਗਾ ਵੀ, ਮਤਲਬ ਡਰ ਹੈ ਜਿਹੜਾ ਉਹੀ ਮਨੁੱਖ ਨੂੰ ਲੜਾਉਂਦਾ। ਤੇ ਰਸ਼ੀਆ ਨੂੰ ਵੀ ਇਹੀ ਡਰ ਹੈ ਵੀ ਜੇ ਯੂਕਰੇਨ ਨਾਟੋ ਦੇ ਵਿੱਚ ਜਾ ਵੜਿਆ ਤੇ ਫਿਰ ਜਿਹੜਾ ਉਹਦਾ USSR ਟੁੱਟਿਆ ਸੀ ਉਹ ਬਿਲਕੁਲ ਹੀ, ਉਹਦਾ ਸੁਪਨਾ ਹੀ ਖਤਮ ਹੋ ਜਾਊਗਾ। ਦੂਜਾ ਕਈ ਬੰਦਸ਼ਾਂ ਲੱਗ ਜਾਣਗੀਆਂ, ਠੀਕ ਹੈ, ਤੇ ਉਹਨੂੰ ਘੇਰਾ ਪੈ ਜਾਊਗਾ ਚਾਰੇ ਪਾਸਿਓਂ ਰਸ਼ੀਆ ਨੂੰ। ਸੋ ਦੋਨਾਂ ਦੇ ਵਿੱਚ ਡਰ ਹੈ, ਚਾਹੇ ਉਹ ਪਾਵਰਫੁਲ ਆ ਤੇ ਚਾਹੇ ਕਮਜ਼ੋਰ ਆ, ਤੇ ਚਾਹੇ ਦੋਨੇ ਪਾਵਰਫੁਲ ਆ। ਅਮਰੀਕਾ ਦੇ ਵਿੱਚ ਵੀ ਇਹ ਡਰ ਹੈ ਕਿ ਵੀ ਜੇ ਰੂਸ ਨਾਲ ਪੰਗਾ ਲੈ ਲਿਆ ਤਾਂ ਸਾਡੀ ਮੰਜੀ ਨਾ ਠੋਕ ਦੇ। ਰੂਸ ਕੋਲ ਵੀ ਇਹ ਡਰ ਹੈ ਕਿ ਜੇ ਕਿਤੇ ਅਮਰੀਕਾ ਨਾਲ ਪੰਗਾ ਲੈ ਲਿਆ ਤਾਂ ਉਹ ਮਹਿੰਗਾ ਪੈ ਜਾਊਗਾ ਸਾਨੂੰ। ਸੋ ਇਸ ਤਰ੍ਹਾਂ ਦਾ ਜਿਹੜਾ ਡਰ ਹੈ ਉਹ ਹਰ ਇੱਕ ਤੌਰ ਤਰੀਕੇ ਦੇ ਨਾਲ ਜਿਹੜਾ ਮਨੁੱਖ ਦੇ ਵਿੱਚ ਪੈਂਦਾ, ਜਿਹਦੇ ਕਰਕੇ ਮਨੁੱਖ ਲੜਾਈ ਨੂੰ ਪਸੰਦ ਕਰਦਾ। ਫਿਰ ਉਹ ਦੁਸ਼ਟ ਵੀ ਬਣ ਜਾਂਦਾ ਤੇ ਜਿਹੜੀਆਂ ਉਹਦੀਆਂ ਇੱਛਾਵਾਂ, ਗਿਆਨ ਇੰਦਰੀਆਂ, ਜਿੱਧਰ ਉਹ ਲਾਲਸਾਵਾਂ ਜਿਹੜੀਆਂ ਉਹਦੇ ਚ ਪੈਦਾ ਹੁੰਦੀਆਂ, ਚਾਹੇ ਉਹ ਸਮਾਜਿਕ, ਚਾਹੇ ਰਾਜਨੀਤਿਕ, ਚਾਹੇ ਆਰਥਿਕ ਹੋਣ, ਹਨਾ, ਤਾਂ ਉਹ ਸਵਾਰਥ ਪਿੱਛੇ ਹੁੰਦੀਆਂ। ਮਨੁੱਖ ਦਾ ਇਹ ਚਿਤਰਨ ਕਿਸੇ ਦਵੈਕ ਕਾਰਨ ਨਹੀਂ ਕੀਤਾ ਜਾ ਰਿਹਾ, ਬਲਕਿ ਮਾਨਵੀ ਪ੍ਰਕਿਰਤੀ ਹੈ। ਇਸੇ ਤਰ੍ਹਾਂ ਦੀ ਜੇਕਰ ਆਪ ਆਪਣਾ ਨਿਰਪੱਖ ਅਧਿਐਨ ਕਰੋ ਤਾਂ ਤੁਹਾਨੂੰ ਵੀ ਇਹੀ ਲੱਗੇਗਾ ਕਿ ਆਪਣੇ ਇਹਨਾਂ ਸਵਾਰਥਾਂ ਲਈ ਮਨੁੱਖ ਬਰਾਬਰ ਲੜਾਈ ਝਗੜਾ ਕਰਦਾ ਹੈ। ਹਾਵਜ਼ ਦਾ ਜੇ ਆਪਾਂ ਆਪਣਾ ਅਧਿਐਨ ਕਰਦੇ ਹਾਂ ਤਾਂ ਠੀਕ ਹੈ, ਤੇ ਸਵਾਰਥਾਂ ਦੇ ਲਈ ਆਪਾਂ ਲੜਦੇ ਹਾਂ। ਲੜਾਈ ਝਗੜਾ ਇਹੀ ਨਹੀਂ ਹੁੰਦਾ ਵੀ ਆਪਾਂ ਡਾਂਗਾ ਸੋਟੀਆਂ ਚੱਕ ਕੇ ਇੱਕ ਦੂਜੇ ਨਾਲ ਲੜਨਾ, ਵਿਚਾਰਕ ਲੜਾਈ ਝਗੜਾ ਵੀ ਚੱਲਦਾ ਰਹਿੰਦਾ ਮਨੁੱਖ ਦੇ ਵਿੱਚ, ਠੀਕ ਹੈ, ਵੀ ਤੂੰ ਮੈਨੂੰ ਐਂ ਕਿਉਂ ਕਹਤਾ, ਮੈਂ ਤੈਨੂੰ ਐਂ ਕਿਉਂ ਕਹਤਾ, ਜਿਹਨੂੰ ਆਪਾਂ ਵਾਦ ਵਿਵਾਦ ਜਾਂ ਬਹਿਸ ਦੇ ਵਿੱਚ ਲੈ ਜਾਂਦੇ ਹਾਂ। ਹਾਵਜ਼ ਦਾ ਕਹਿਣਾ ਕਿ ਮਨੁੱਖ ਵਿੱਚ ਆਪਣੀ ਸ਼ਕਤੀ ਦੇ ਵਾਧੇ ਦੀ ਲਾਲਸਾ ਸਦਾ ਬਣੀ ਰਹਿੰਦੀ ਹੈ। ਇਹ ਲਾਲਸਾ ਉਸ ਨੂੰ ਕਿਰਿਆਸ਼ੀਲ ਬਣਾਈ ਰੱਖਦੀ ਹੈ ਤੇ ਉਹ ਇਸ ਕਾਰਨ ਬੇਚੈਨ ਰਹਿੰਦਾ ਹੈ, ਠੀਕ ਹੈ ਜੀ। ਉਹ ਕਹਿੰਦਾ ਮਨੁੱਖ ਹੈ ਜਿਹੜਾ, ਉਹਦੇ ਵਿੱਚ ਆਪਦੀ ਸ਼ਕਤੀ ਤੇ ਵਾਧੇ ਦੀ ਲਾਲਸਾ ਰਹਿੰਦੀ ਹੈ। ਜਦੋਂ ਇਹ ਲਾਲਸਾ ਉਹਦੇ ਤੇ ਹਾਵੀ ਹੋ ਜਾਂਦੀ ਹੈ ਤੇ ਉਹ ਉਹਨੂੰ ਕਿਰਿਆਸ਼ੀਲ ਬਣਾਈ ਰੱਖਦੀ ਹੈ। ਜਿਵੇਂ ਹੁਣ ਮੈਂ ਤੁਹਾਨੂੰ ਪੜ੍ਹਾਈ ਜਾਂਦਾ ਤਾਂ ਮੇਰੇ ਚ ਕੀ ਹੈ, ਲਾਲਸਾ, ਠੀਕ ਹੈ, ਲਾਲਸਾ ਮੇਰੇ ਚ, ਤੇ ਉਹ ਲਾਲਸਾ ਜਿਵੇਂ ਜਿਵੇਂ ਵਧੀ ਜਾਊਗੀ ਤੇ ਮੈਂ ਕਿਰਿਆਸ਼ੀਲ ਓਨਾ ਹੀ ਹੋਈ ਜਾਊਂਗਾ,
ਠੀਕ ਹੈ। ਜਾਂ ਮੰਨ ਲਓ ਮੇਰੇ ਕੋਲ ਪੜ੍ਹ ਰਹੇ ਹੋ, ਠੀਕ ਹੈ, ਤਾਂ ਤੁਹਾਡੇ 'ਚ ਕੀ ਹੈ, ਲਾਲਸਾ। ਤੇ ਲਾਲਸਾ ਜਿਵੇਂ ਜਿਵੇਂ ਕਿਰਿਆਸ਼ੀਲ ਹੋਈ ਜਾਊਗੀ ਉਹਨਾਂ ਹੀ ਤੁਸੀਂ ਵੱਧ ਪੜ੍ਹੀ ਜਾਓਗੇ। ਠੀਕ ਹੈ। ਜੇ ਕੋਈ ਮੰਨ ਲਓ ਅੱਜ ਟੀਚਰ ਹੈ, ਅੱਗੇ ਜਾ ਕੇ ਉਹ ਲੈਕਚਰਰ ਬਣੂਗਾ, ਜਦੋਂ ਲੈਕਚਰਰ ਬਣੂਗਾ ਫਿਰ ਉਹ ਪ੍ਰਿੰਸੀਪਲ ਨੂੰ ਜਾਊਗਾ, ਜਦੋਂ ਪ੍ਰਿੰਸੀਪਲ ਨੂੰ ਜਾਊਗਾ ਫਿਰ ਉਹ ਆਪਣੇ ਜਿਹੜਾ ਹੈਗਾ ਡੀਓ ਡੀਪੀਓ ਹੈ ਨਾ, ਸਰਕਾਰੀ ਅਦਾਰੇ ਆ ਗਏ, ਡੀਓ ਵਗੈਰਾ ਉਧਰ ਨੂੰ ਜਾਂਦਾ। ਫਿਰ ਹੌਲੀ ਹੌਲੀ ਬੰਦਾ ਹੋਰ ਮਨੋ, ਫਿਰ ਉਹਨੂੰ ਕਹਿੰਦਾ ਮੈਂ ਸਿੱਖਿਆ ਦਾ ਡਾਇਰੈਕਟਰ ਬਣ ਜਾ, ਫਿਰ ਉਹਨੂੰ ਇਹ ਹੋ ਜਾਂਦਾ ਮੈਂ ਕ੍ਰਿਸ਼ਨ ਕੁਮਾਰ ਬਣ ਜਾ, ਹਨਾ, ਫਿਰ ਉਹਨੂੰ ਇਹ ਹੋ ਜਾਂਦਾ ਮੈਂ ਸਿੱਖਿਆ ਮੰਤਰੀ ਬਣ ਜਾ। ਮਤਲਬ ਲਾਲਸਾ ਦਾ ਅੰਤ ਨਹੀਂ ਹੋਊਗਾ, ਉਹ ਵੱਧਦੀ ਰਹਿਣੀ ਹੈ, ਚਾਹੇ ਕਿਸੇ ਵੀ ਕਿੱਤੇ 'ਚ ਮਨੁੱਖ ਕਾਰਜ ਕਰਦਾ। ਇਹ ਉਹ ਕਹਿੰਦਾ ਮਨੋਵਿਗਿਆਨਕ ਕਾਰਨ ਹੈ, ਕੁਦਰਤੀ ਨਹੀਂ ਮੰਨਦਾ ਇਹਨੂੰ, ਇਹਨੂੰ ਕਹਿੰਦਾ ਮਨੋਵਿਗਿਆਨਕ ਕਾਰਨ ਹੈ। ਦਿਮਾਗ ਨੂੰ ਸੰਚਾਲਿਤ ਕਰਨ ਵਾਲੀਆਂ ਭਾਵਨਾਵਾਂ ਅਛਾਈ, ਬੁਰਾਈ, ਆਨੰਦ ਜਾਂ ਕਸ਼ਟ ਅਖਵਾਉਂਦੀਆਂ। ਠੀਕ ਹੈ ਜੀ। ਜਿਹੜਾ ਦਿਮਾਗ ਆ ਉਹਨੂੰ ਚਲਾਉਣ ਵਾਲੀਆਂ ਜਿਹੜੀਆਂ ਭਾਵਨਾਵਾਂ ਉਹਦੇ ਵਿੱਚ ਅਛਾਈ ਵੀ ਹੈ, ਬੁਰਾਈ ਵੀ ਹੈ, ਆਨੰਦ ਵੀ ਹੈ ਤੇ ਕਸ਼ਟ ਵੀ ਹੈ, ਸਾਰਾ ਕੁਝ ਮਿਲਦਾ ਹੈ ਇਹ ਭਾਵਨਾਵਾਂ ਦੇ ਥਰੂ ਮਨੁੱਖ ਨੂੰ ਫੀਲ ਹੁੰਦਾ। ਮਨੁੱਖ ਜਿਸ ਨੂੰ ਚੰਗਾ ਸਮਝਦਾ ਉਸ ਵਿੱਚੋਂ ਹੀ ਉਸ ਨੂੰ ਆਨੰਦ ਪ੍ਰਾਪਤ ਹੁੰਦਾ ਤੇ ਉਸ ਦੀ ਉਹੀ ਇੱਛਾ। ਹੁਣ ਦੇਖੋ ਸਕੂਲਾਂ ਕਾਲਜਾਂ ਦੇ ਵਿੱਚ ਕਿੰਨੀ ਗਰੁੱਪਬਾਜ਼ੀ ਬਣਦੀ ਹੈ, ਹਾਲਾਂਕਿ ਸਰਕਾਰੀ ਤਾਂ ਬਣਨੀ ਹੈ, ਪ੍ਰਾਈਵੇਟ ਤਾਂ ਇਹ ਬਹੁਤ ਕੁਛ ਹੈ, ਹਨਾ। ਤਾਂ ਇਹਦੇ ਵਿੱਚ ਮਤਲਬ ਕੀ ਹੈ ਕਿ ਸਾਡੇ ਕੋਲ ਆਹ ਚੀਜ਼ਾਂ ਦੀ ਘਾਟ ਹੈ, ਅਸੀਂ ਮਨੋਵਿਗਿਆਨਕ ਕਾਰਨਾਂ ਨੂੰ ਨਹੀਂ ਸਮਝਦੇ। ਅਸੀਂ ਕਿਸੇ ਦੀ ਕਹੀ ਗੱਲ ਨੂੰ ਜਾਂ ਕਿਸੇ ਦੀਆਂ ਜਿਹੜੀਆਂ ਹੈਗੀਆਂ ਕਈਆਂ ਕੀਤੀਆਂ ਗੱਲਾਂ, ਕੰਮਾਂ ਨੂੰ, ਕੀਤੇ ਕੰਮਾਂ ਨੂੰ ਆਪਦੀਆਂ ਭਾਵਨਾਵਾਂ ਦੇ ਵਿੱਚ ਚੰਗਾ ਸਮਝ ਕੇ, ਬੁਰਾ ਸਮਝ ਕੇ, ਆਨੰਦਮਈ ਸਮਝ ਕੇ, ਦੁਖੀ ਸਮਝ ਕੇ, ਹਨਾ, ਇਹ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਅਸੀਂ ਉਹਦੇ ਨਾਲ ਜੇ ਬੁਰਾਈ ਸਮਝ ਲਈ ਤਾਂ ਟੁੱਟ ਗਏ, ਅਛਾਈ ਸਮਝ ਲਈ ਤਾਂ ਉਹਦੇ ਦੋਸਤ ਬਣ ਗਏ। ਤੇ ਜੇ ਸਾਨੂੰ ਮੰਨ ਲਓ ਕੋਈ ਚੱਲ ਰਿਹਾ ਜਾਂ ਕੋਈ ਜਾਦੂ ਵਿਖਾ ਰਿਹਾ ਜਾਂ ਕੋਈ ਬੱਚਾ ਹਸਾ ਰਿਹਾ ਜਾਂ ਕੋਈ ਚੁਟਕਲਾ ਜਾਂ ਕੋਈ ਵੀ ਪ੍ਰੋਗਰਾਮ ਹੋ ਰਿਹਾ, ਕੋਈ ਹਨਾ, ਸਕੂਲਾਂ ਦੇ ਵਿੱਚ ਜਿਵੇਂ ਹੁੰਦੇ ਆ, ਤਾਂ ਉਹਦੇ ਵਿੱਚ ਕੀ ਹੈ, ਸਾਨੂੰ ਆਨੰਦ ਮਹਿਸੂਸ ਹੁੰਦਾ ਹੈ, ਚਾਹੇ ਅਸੀਂ ਬੱਚੇ ਆ ਚਾਹੇ ਟੀਚਰ ਆ, ਕੋਈ ਵੀ ਹੈ। ਤੇ ਜੇ ਸਾਨੂੰ ਮੰਨ ਲਓ ਜ਼ਿਆਦਾ ਵਰਕਲੋਡ ਹੋ ਜੇ ਤੇ ਉਹਦੇ ਨਾਲ ਸਾਨੂੰ ਕਸ਼ਟ ਮਹਿਸੂਸ ਹੁੰਦਾ। ਸੋ ਇਹ ਕੀ ਹੈ, ਇਹ ਭਾਵਨਾਵਾਂ ਸਾਰੀਆਂ। ਤੇ ਜਦੋਂ ਇਹੋ ਜਿਹਾ ਕੁਝ ਹੋਵੇ ਇਹਨੂੰ ਸਮਝ ਲਿਆ ਕਰੋ ਵੀ ਇਹ ਸਾਡੀਆਂ ਭਾਵਨਾਵਾਂ ਤੇ ਮਨੋਵਿਗਿਆਨਕ ਹੈ, ਇਹ ਸਾਡੇ ਲਈ ਸਦਾ ਨਹੀਂ ਰਹਿਣ ਵਾਲੀਆਂ। ਸੋ ਮਤਲਬ ਕੀ ਹੈ ਕਿ ਇੱਕ ਤਰ੍ਹਾਂ ਦਾ ਮਨੋਵਿਗਿਆਨਕ ਵਾਕਈ ਸਾਈਕੋਲੋਜੀਕਲੀ ਹੱਲ ਦਿੱਤੇ ਹੋਬਜ਼ ਨੇ ਮਨੁੱਖ ਨੂੰ ਸੁਖੀ ਰਹਿਣ ਦੇ ਵੀ। ਮਨੁੱਖ ਜਿਸ ਨੂੰ ਬੁਰਾ ਸਮਝਦਾ ਹੈ, ਠੀਕ ਆ, ਉਸ ਨਾਲ ਉਸ ਨੂੰ ਕਸ਼ਟ ਹੁੰਦਾ ਹੈ, ਉਹਨਾਂ ਨੂੰ ਉਹ ਪਸੰਦ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਭਾਵਨਾਵਾਂ ਦੇ ਕਰਕੇ। ਮਨੁੱਖ ਦੇ ਵਿਚਾਰ ਚੰਗੇ ਬੁਰੇ, ਜਿਹੜਾ ਕੋਈ ਮਨੁੱਖ ਆਪਣੇ ਤੇ ਮੰਨ ਲਓ ਆਪਾਂ ਨੂੰ ਲੱਗਦਾ ਵੀ ਲੈ ਇਹ ਐਂ ਕਰੀ ਜਾਂਦਾ, ਮੈਂ ਇਹਨੂੰ ਕਿਉਂ ਚੰਗਾ ਸਮਝੀ ਜਾਵਾਂ, ਫਿਰ ਆਪਣੇ ਕੋਲ ਇਹ ਕੁਐਸਚਨ ਆਉਂਦਾ, ਠੀਕ ਹੈ, ਜਾਂ ਇਹ ਮੇਰੇ ਪ੍ਰਤੀ ਐਂ ਕਰਦਾ ਜਾਂ ਫਲਾਨਾ ਫਲਾਨੇ ਦੇ ਪ੍ਰਤੀ ਐਂ ਕਰਦਾ, ਤਾਂ ਉਹ ਐਵੇਂ ਨਹੀਂ ਕਰਨਾ ਆਪਾਂ। ਤੇ ਜਾਂ ਆਪਾਂ ਉਹਦਾ ਰਵੱਈਆ ਦੇਖ ਕੇ ਸਾਹਮਣੇ ਵਾਲੇ ਮਨੁੱਖ ਨੂੰ ਜਿਹੜਾ ਹੈਗਾ ਬੁਰਾ ਸਮਝਣ ਲੱਗ ਜਾਂਦੇ ਆ। ਉਹਦਾ ਕਾਰਨ ਕੀ ਹੈ ਕਿ ਜਿਹੜੇ ਸਾਡੇ ਮਨ ਦੇ ਵਿੱਚ ਖਿਆਲ ਆਉਂਦੇ ਆ ਉਹਦੇ ਪ੍ਰਤੀ, ਠੀਕ ਆ, ਮਨੋਵਿਗਿਆਨਕ ਤੌਰ ਤੇ ਉਹੀ ਸਾਨੂੰ ਉਹਦੇ ਪ੍ਰਤੀ ਸੋਚਣ ਦੇ ਲਈ ਮਜਬੂਰ ਕਰਦੇ ਆ। ਸਾਡੇ ਨਾਲ ਇੱਕ ਸਰ ਹੁੰਦੇ ਸੀਗੇ, ਉਹ ਕਹਿੰਦੇ ਵੀ ਸਾਰੇ ਮਨੁੱਖ ਚੰਗੇ ਆ, ਠੀਕ ਹੈ, ਸਾਰੇ ਮਨੁੱਖ ਚੰਗੇ ਆ। ਜੇ ਆਪਾਂ ਇਹ ਵਿਚਾਰ ਦੇ ਨਾਲ ਵੀ ਚੱਲੀਏ ਤਾਂ ਬੜਾ ਵਧੀਆ ਵਿਚਾਰ ਹੈ। ਸਾਰੇ ਮਨੁੱਖ ਚੰਗੇ ਆ, ਬਸ ਤੁਸੀਂ ਕਿਸੇ ਨੂੰ ਸੁਣੋ ਨਾ, ਕਿਸੇ ਨੂੰ ਪੁੱਛੋ ਨਾ ਤੇ ਕਿਸੇ ਦਾ ਅਸਰ ਨਾ ਕਰੋ। ਤੇ ਸਾਹਮਣੇ ਵਾਲਾ ਇਹ 2 1 2 3 ਠੀਕ ਹੈ ਤੇ 4, ਇਹਨਾਂ ਚੋਂ ਤੁਹਾਨੂੰ ਪਹਿਲਾਂ ਮੰਨ ਲਓ ਅੱਜ ਦੀ ਘੜੀ ਦੇ ਵਿੱਚ ਤੁਹਾਨੂੰ ਇਹ 1 ਨੰਬਰ ਤੇ 2 ਨੰਬਰ ਗਲਤ ਲੱਗਦੇ ਆ ਵੀ ਇਹ ਭੈੜੇ ਆਦਮੀ ਹੈ ਜਾਂ ਭੈੜੇ ਦੋਸਤ ਆ ਜਾਂ ਭੈੜੇ ਟੀਚਰ ਆ ਜਾਂ ਭੈੜੇ ਬੱਚੇ ਆ, ਕੁਛ ਵੀ ਹੈ, ਠੀਕ ਹੈ, ਮਨੁੱਖ ਆ ਉਹ ਭੈੜਾ। ਤੇ ਇਹ ਸਾਨੂੰ ਲੱਗਦੇ ਆ 2 ਚੰਗੇ ਮਨੁੱਖ। ਸਾਡੇ ਮਨ ਦੇ ਵਿੱਚ ਵਿਚਾਰ ਇਹ ਹੈ ਤੇ ਸਰ ਕਹਿੰਦੇ ਸੋਚਣਾ ਐ ਸ਼ੁਰੂ ਕਰ ਦਿਓ ਵੀ ਆ ਵੀ ਚੰਗਾ, ਆ ਵੀ ਚੰਗਾ, ਚਾਹੇ ਤੁਸੀਂ ਇਹਦੇ ਨਾਲ ਲੱਖ ਲੜੇਵੇਂ, ਆ ਵੀ ਚੰਗਾ, ਆ ਵੀ ਚੰਗਾ। ਆਪਦਾ ਬਿਹੇਵੀਅਰ ਉਹਨਾਂ ਦੇ ਪ੍ਰਤੀ ਪੋਜ਼ਿਟਿਵ ਬਣਾ ਲਓ, ਠੀਕ ਹੈ, ਪੋਜ਼ਿਟਿਵ ਸੋਚੋ ਉਹਨਾਂ ਦੇ ਪ੍ਰਤੀ ਤੇ ਉਹ ਆਟੋਮੈਟਿਕ ਹੀ ਤੁਹਾਨੂੰ ਚੰਗੇ ਲੱਗਣ ਲੱਗ ਜਾਣਗੇ। ਤੇ ਆਟੋਮੈਟਿਕ ਹੀ ਮਹੀਨੇ 2 ਮਹੀਨੇ 5 ਮਹੀਨੇ 6 ਮਹੀਨੇ ਬਾਅਦ ਜੇ ਤੁਹਾਡੇ ਉਹ ਬਾਹਲੇ ਵੱਡੇ ਦੁਸ਼ਮਣ ਬਣ ਗਏ ਤਾਂ ਉਹ ਬਦਲ ਜਾਣਗੇ, ਠੀਕ ਹੈ, ਉਹ ਤੁਹਾਡੇ ਪ੍ਰਤੀ ਵੀ ਪੋਜ਼ਿਟਿਵ ਸੋਚਣ ਲੱਗ ਜਾਣਗੇ। ਸਭ ਤੋਂ ਪਹਿਲੀ ਸਾਡੀਆਂ 2 ਥਿੰਕਿੰਗ, ਠੀਕ ਹੈ, ਥਿੰਕਿੰਗ ਪੋਜ਼ਿਟਿਵ ਤੇ ਨੈਗੇਟਿਵ। ਜੇ ਅਸੀਂ ਮਨ ਦੇ ਵਿੱਚ ਨੈਗੇਟਿਵ ਵਿਚਾਰ ਲਿਆਵਾਂਗੇ ਕਿਸੇ ਮਨੁੱਖ ਨੂੰ ਦੇਖ ਕੇ ਤਾਂ ਅਸੀਂ ਉਹਨੂੰ ਬੁਰਾ, ਕਸ਼ਟ ਦੇਣ ਨਾਲ ਦੁਖੀ ਸਮਝਾਂਗੇ। ਜੇ ਅਸੀਂ ਪੋਜ਼ਿਟਿਵ ਵਿਚਾਰ ਲੱਗੂਗਾ ਚਾਹੇ ਉਹ ਸਾਨੂੰ ਗਾਲਾਂ ਹੀ ਕੱਢੀ ਜਾਂਦਾ ਹੋਵੇ, ਠੀਕ ਹੈ, ਜੇ ਸਾਡੇ ਮਨ 'ਚ ਸਾਨੂੰ ਉਹ ਲੱਗੂਗਾ ਵੀ ਇਹ ਤਾਂ ਹਾਸੀ ਮਜ਼ਾਕ ਹੀ ਕਰਦਾ ਰਹਿੰਦਾ। ਤੇ ਜੇ ਆਪਾਂ ਕਿਸੇ ਨੂੰ ਬੁਰਾ ਸਮਝਦੇ ਹਾਂ, ਉਹ ਭਾਵੇਂ ਗੁਆਂਢੀ ਨੂੰ ਗਾਲਾਂ ਕੱਢੀ ਜਾਂਦਾ ਹੋਵੇ ਤੇ ਆਪਾਂ ਨੂੰ ਐਂ ਲੱਗਦਾ ਮੈਨੂੰ ਕੱਢਦਾ ਇਹ, ਤੂੰ ਮੈਨੂੰ ਇੰਨਾ ਵਜੇ ਦੀ ਗਾਲਾਂ ਕੱਢਦਾ, ਖੜ ਜਾ ਖੜ। ਸੋ ਬਹੁਤ ਵਧੀਆ ਮਨੋਵਿਗਿਆਨਕ ਹੱਲ ਹੈ ਇਹ ਆਪਦੀਆਂ ਚਿੰਤਾਵਾਂ ਨੂੰ, ਕਸ਼ਟਾਂ ਨੂੰ ਦੂਰ ਕਰਨ ਦਾ। ਮਨੁੱਖ ਦੇ ਵਿਚਾਰ ਚੰਗੇ ਬੁਰੇ, ਆਨੰਦ ਕਸ਼ਟ ਦੇਣ ਵਾਲੇ, ਚਾਹੇ ਅਣਚਾਹੇ, ਸਥਾਈ ਅਤੇ ਹਰ ਮਨੁੱਖ ਲਈ ਕੁਝ ਹੀ ਨਹੀਂ ਹੁੰਦੇ। ਅਰਥਾਤ ਚੰਗਿਆਈ ਬੁਰਿਆਈ ਵਸਤੂਆਂ ਦੇ ਵਿੱਚ ਨਹੀਂ ਸਗੋਂ ਮਾਨਵ ਭਾਵਨਾਵਾਂ ਦੇ ਵਿੱਚ ਹੈ। ਹਾਬਸ ਦੇ ਅਨੁਸਾਰ ਮਨੁੱਖ ਵਿੱਚ ਨਿਰਵਾਰਥਤਾ ਦਾ ਗੁਣ ਹੈ ਹੀ ਨਹੀਂ, ਠੀਕ ਹੈ ਜੀ, ਆ ਗਿਆ ਨਾ ਪੁਆਇੰਟ ਵੀ ਇਹ ਗੁਣ ਉਹਦੇ ਚ ਹੈ ਹੀ ਨਹੀਂ। ਦਇਆ ਦੀ ਭਾਵਨਾ ਦੇਖਣ ਵਿੱਚ
ਨਿਰਸਵਾਰਥ ਜਾਪਦੀ ਹੈ। ਪਰ ਹਾਵਜ਼ ਹੁਣ ਦੇਖੋ ਵੀ ਆਪਾਂ ਦਾਨ ਪੁੰਨ ਕਰਨਾ, ਇਹ ਸਾਨੂੰ ਨਿਰਸਵਾਰਥ ਜਾਪਦੀ ਹੈ। ਪਰ ਹਾਵਜ਼ ਕੀ ਕਹਿੰਦਾ, ਕਹਿੰਦਾ ਉਸ ਦਾ ਵੀ ਸਵਾਰਥ ਰੂਪ ਵਿੱਚ ਵਿਸ਼ਲੇਸ਼ਣ ਕਰਦਾ ਹੈ ਵੀ ਇਹਦੇ ਵਿੱਚ ਵੀ ਸਵਾਰਥ ਹੈ। ਉਸ ਅਨੁਸਾਰ ਜਦੋਂ ਅਸੀਂ ਕਿਸੇ ਦੁਖੀ ਵਿਅਕਤੀ ਨੂੰ ਦੇਖਦੇ ਹਾਂ ਤਾਂ ਸਾਡੇ ਅੰਦਰ ਭੈ ਪੈਦਾ ਹੋ ਜਾਂਦਾ ਹੈ। ਬੜਾ ਵਧੀਆ ਵਿਚਾਰ ਦਿੱਤੇ ਆ ਇਹ ਬੰਦੇ ਨੇ, ਬੰਦਾ ਬਣਾਉਣ ਦੇ ਲਈ ਬੰਦੇ ਨੂੰ ਭੈ ਦਿੱਤੇ ਆ। ਭੈ ਕਹਿੰਦਾ ਪੈਦਾ ਹੋ ਜਾਂਦਾ ਵੀ ਕਿਧਰੇ ਸਾਡੀ ਵੀ ਅਜਿਹੀ ਹਾਲਤ ਨਾ ਹੋ ਜਾਵੇ ਕਿ ਕਿਤੇ ਅਸੀਂ ਵੀ ਨਾ ਮੰਗਣ ਲੱਗ ਜਾਈਏ, ਠੀਕ ਹੈ, ਦੁਖੀ ਹੋ ਕੇ, ਜਾਂ ਸਾਡੇ 'ਚ ਵੀ ਕਿਤੇ ਇਹੋ ਜਿਹੇ ਆਹ ਦਿਨ ਨਾ ਆ ਜਾਣ ਵੀ ਆਪਾਂ ਦਾਨ ਪੁੰਨ ਕਰਦੇ ਰਹੋ ਵੀ ਰੱਬਾ ਸਾਨੂੰ ਤੂੰ ਇਹੋ ਜਿਹੇ ਦਿਨਾਂ ਤੋਂ ਬਚਾ ਕੇ ਰੱਖੀ। ਬਾਕੀ ਰਿਐਲਿਟੀ ਹੈ ਜੇ ਸੋਚਾਂਗੇ ਤਾਂ ਆਪਾਂ ਮਨੋਵਿਗਿਆਨਕ ਤੌਰ ਤੇ ਇਸ ਡਰ ਤੋਂ ਅਸੀਂ ਦੁੱਖ ਦਾ ਅਨੁਭਵ ਕਰਦੇ ਹਾਂ ਤੇ ਇਹੀ ਦਇਆ ਦਾ ਮੂਲ ਹੈ, ਠੀਕ ਹੈ ਜੀ। ਤਾਂ ਹੀ ਅਸੀਂ ਦੁਖੀ ਨੂੰ ਦੇਖ ਕੇ ਤਾਂ ਅਸੀਂ ਦਾਨ ਕਰਦੇ ਹਾਂ ਕਿ ਕਿਤੇ ਇਹ ਦੁੱਖ ਸਾਨੂੰ ਨਾ ਲੱਗ ਜੇ, ਠੀਕ ਹੈ। ਤੇ ਉਹ ਉਹਦਾ ਮੂਲ ਕਾਰਨ ਹੈ, ਹੋਰ ਮਨੁੱਖ ਦਿਆਲੂ ਦੁਲੂ ਹੈ ਨਹੀਂਗਾ। ਉਹ ਕਹਿੰਦਾ ਇਸ ਤਰ੍ਹਾਂ ਧਰਮ ਵੀ ਭੈ ਤੇ ਹੀ ਨਿਰਭਰ ਹੈ। ਜਦੋਂ ਸਾਨੂੰ ਡਰ ਹੁੰਦਾ ਨਾ, ਠੀਕ ਹੈ, ਜਦੋਂ ਸਾਡੇ 'ਚ ਡਰ ਹੋ ਜੇ ਤੇ ਉਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਤੇ ਜਦੋਂ ਸਾਡੇ 'ਚ ਡਰ ਨਹੀਂ ਉਦੋਂ ਅਸੀਂ ਕਹਿ ਦਿੰਦੇ ਹਾਂ ਲੈ ਰੱਬ ਕੀ ਚੀਜ਼ ਹੈ, ਠੀਕ ਹੈ, ਪ੍ਰਮਾਤਮਾ ਹੈ ਹੀ ਨਹੀਂ ਕੁਛ। ਸੋ ਮਤਲਬ ਕੀ ਹੈ ਕਿ ਅਸੀਂ ਆਉਣ ਵਾਲੇ ਕਸ਼ਟਾਂ ਤੋਂ, ਜਦੋਂ ਮਨੁੱਖ ਦੇ ਵਿੱਚ ਇਹ ਭਾਵਨਾ ਪੈਦਾ ਹੋ ਗਈ ਨਾ ਕਸ਼ਟ, ਤਾਂ ਕਸ਼ਟ ਤੋਂ ਬਚਣ ਦੇ ਲਈ ਅਸੀਂ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ ਜਾਂ ਪ੍ਰਮਾਤਮਾ ਨੂੰ ਮੰਨਦੇ ਹਾਂ, ਜਾਂ ਕਹਿ ਲਓ ਕਿ ਮਨੁੱਖ ਦਾ ਸੁਭਾਅ ਪ੍ਰਮਾਤਮਾ ਨੂੰ ਤਾਂ ਮੰਨਦਾ ਕਿ ਉਹਦੇ ਵਿੱਚ ਭੈ, ਉਹਦੇ ਵਿੱਚ ਡਰ ਹੈ, ਠੀਕ ਹੈ। ਜਿਵੇਂ ਆਪਾਂ ਹਿਸਟਰੀ ਦੇ ਵਿੱਚ ਲੈਕਚਰ ਦੇ ਵਿੱਚ ਕਰਦੇ ਹੁੰਦੇ ਹਾਂ ਕਿ ਜਿਹੜਾ ਮਨੁੱਖ ਨੇ, ਜਦੋਂ ਮਨੁੱਖ ਪੈਦਾ ਹੋਇਆ ਨਾ ਤਾਂ ਉਹਨੇ ਚੀਜ਼ਾਂ ਨੂੰ ਪੂਜਣਾ ਸ਼ੁਰੂ ਕਰਤਾ, ਵਸਤਾਂ ਨੂੰ ਪੂਜਣਾ ਸ਼ੁਰੂ ਕਰਤਾ। ਕਿਉਂਕਿ ਉਹਨਾਂ ਤੋਂ ਉਹਨੂੰ ਡਰ ਲੱਗਦਾ ਸੀ। ਅੱਗ ਨੂੰ ਪੂਜਤਾ, ਡਰ ਲੱਗਦਾ ਸੀ, ਮਚਾ ਦਿੰਦੀ ਸੀ ਜਦੋਂ ਜੰਗਲਾਂ 'ਚ ਅੱਗ ਫੈਲ ਜਾਂਦੀ ਸੀ। ਉਦੋਂ ਤਾਂ ਉਹਦੇ ਕੋਲ ਅੱਗ ਬੁਝਾਉਣ ਦੇ ਯੰਤਰ ਵੀ ਨਹੀਂ ਹੁੰਦੇ ਸੀ ਆਧੁਨਿਕ, ਠੀਕ ਹੈ। ਤੇ ਅੱਗ ਤਾਂ ਹੁਣ ਮੱਚੀ ਆਸਟ੍ਰੇਲੀਆ ਦੇ ਜੰਗਲ ਜਾਂਦੇ ਹੁੰਦੇ ਆ ਤੇ ਇੱਥੇ ਸਾਹ ਆਪਣੇ ਰੁਕ ਜਾਂਦੇ ਆ ਵੀ ਯਾਰ ਕੀ ਹਾਲ ਹੋ ਗਿਆ, ਹਨਾ। ਸੋ ਮਤਲਬ ਕੀ ਹੈ ਕਿ ਭਈ ਜਿਹੜਾ ਡਰ ਹੈ ਉਹੀ ਪ੍ਰਮਾਤਮਾ ਵੱਲ ਲੈ ਕੇ ਜਾਂਦਾ ਮਨੁੱਖ ਨੂੰ। ਤੇ ਜਿਹੜਾ ਡਰ ਹੈ ਉਹ ਇੱਕ ਮਨੋਵਿਗਿਆਨਕ ਬੰਦੇ ਦੇ ਮਨ ਦੇ ਵਿੱਚ ਪਈ ਚੀਜ਼ ਹੈ, ਇੱਕ ਭਾਵਨਾ ਹੈਗੀ। ਤੇ ਜੇ ਉਹ ਭਾਵਨਾ ਨੂੰ ਆਪਦੇ ਤੇ ਹਾਵੀ ਕਰ ਲੂਗਾ ਤਾਂ ਡਰ ਡਰ ਕੇ ਕਮਲਾ ਹੋ ਜਾਊਗਾ, ਠੀਕ ਹੈ। ਤੇ ਜੇ ਉਹ ਭਾਵਨਾਵਾਂ ਨੂੰ ਉਹ ਕੰਟਰੋਲ 'ਚ ਕਰਕੇ ਅੱਗੇ ਲੈ ਕੇ ਆ ਜਾਊਗਾ, ਉਹਦੇ ਤੇ ਕੰਮ ਕਰਨਾ ਸ਼ੁਰੂ ਕਰ ਦੂਗਾ, ਤਾਂ ਫਿਰ ਉਹ ਹਾਵਜ਼ ਬਣ ਜਾਊਗਾ। ਪ੍ਰਕਿਰਤਿਕ ਅਵਸਥਾ ਜਿਹੜੀ ਹੈਗੀ ਹੈ ਜੀ, ਰਾਜ ਸੰਸਥਾ ਦੀ ਉਤਪਤੀ ਤੋਂ ਪਹਿਲਾਂ ਹਾਵਜ਼ ਨੇ ਇੱਕ ਅਰਾਜਕਤਾ ਤੇ ਪ੍ਰਕਿਰਤਿਕ ਅਵਸਥਾ ਦੀ ਕਲਪਨਾ ਕੀਤੀ ਹੈ। ਇਹ ਪ੍ਰਕਿਰਤਿਕ ਅਵਸਥਾ ਮਨੁੱਖੀ ਸੁਭਾਅ ਦਾ ਹੀ ਪ੍ਰਮਾਣ ਹੈ। ਇਹ ਪੂਰਵ ਸਮਾਜਿਕ ਅਤੇ ਪੂਰਵ ਰਾਜਨੀਤਿਕ ਹੈ। ਹਾਵਜ਼ ਮਨੁੱਖ ਦੀਆਂ ਸਰੀਰਕ ਅਤੇ ਮਾਨਸਿਕ ਯੋਗਤਾਵਾਂ ਦੀ ਵਿਆਖਿਆ ਕਰਦਿਆਂ ਹੋਇਆਂ ਦੱਸਦਾ ਹੈ ਕਿ ਪ੍ਰਕਿਰਤਿਕ ਅਵਸਥਾ ਵਿੱਚ ਇੱਕ ਸਮੂਹਿਕ ਸ਼ਕਤੀ ਦੀ ਗੈਰ ਹਾਜ਼ਰੀ ਦੇ ਕੀ ਸਿੱਟੇ ਨਿਕਲਿਆ, ਠੀਕ ਹੈ। ਵੇਖੋ ਹੁਣ ਪ੍ਰਕਿਰਤਿਕ ਅਵਸਥਾ ਦੇ ਵਿੱਚ ਜੇ ਸਮੂਹਿਕ ਸ਼ਕਤੀ ਗੈਰ ਹਾਜ਼ਰ ਸੀ ਤਾਂ ਸਿੱਟੇ ਕੀ ਨਿਕਲੇ। ਮਤਲਬ ਜੇ ਕਹਿੰਦੇ ਕੋਈ ਸੱਤਾ ਉਹਦੇ ਤੇ ਕਾਬਜ਼ ਨਹੀਂ ਸੀ, ਮਾਨਸਿਕ ਯੋਗਤਾਵਾਂ ਦੀ ਵਿਆਖਿਆ ਕਰਦਾ ਹੋਇਆ ਉਹ ਦੱਸਦਾ, ਠੀਕ ਹੈ, ਤਾਂ ਫਿਰ ਉਹਦੇ ਸਿੱਟੇ ਕੀ ਨਿਕਲੇ, ਲੜਾਈਆਂ ਝਗੜੇ ਕੀ ਕੁਛ ਹੋਇਆ, ਕਹਿੰਦਾ ਉਹ ਤੇ ਵਿਸ਼ਲੇਸ਼ਣ ਕਰਿਆ ਜਾਂ ਕਰਨਾ ਜ਼ਰੂਰੀ ਹੈ। ਹਾਵਜ਼ ਇਸ ਬਾਰੇ ਦਲੀਲਾਂ ਨਾਲ ਅੱਗੇ ਵਧਿਆ। ਹਾਵਜ਼ ਦੀ ਪ੍ਰਕਿਰਤਿਕ ਅਵਸਥਾ ਸ਼ਕਤੀ ਹੀ ਸੱਚ ਹੈ। ਉਹ ਕਹਿੰਦਾ ਜੇ ਪਾਵਰ ਹੈ ਤਾਂ ਉਹੀ ਸੱਚ ਹੈ। ਧਾਰਨਾ ਤੇ ਆਧਾਰਿਤ ਸੀ। ਇਸ ਦੇ ਅੰਤਰਗਤ ਜੋ ਕੁਝ ਵੀ ਲੈ ਸਕੇ ਅਤੇ ਜਿੰਨੇ ਆਪਣੇ ਪਾਸ ਰੱਖ ਸਕਣ ਲਈ ਸਮਰੱਥਾ ਜਿਹੜੀ ਹੈਗੀ ਹੋਵੇ, ਉਹ ਓਨੇ ਸਮੇਂ ਲਈ ਉਸ ਦਾ ਹੋ ਜਾਂਦਾ ਹੈ। ਜਿੰਨੀ ਕੁ ਉਹਦੇ ਕੋਲ ਪਾਵਰ ਹੈ, ਜਿੰਨਾ ਕੋ ਰੱਖ ਸਕਦਾ, ਜਿੰਨਾ ਕੋ ਵਧਾ ਸਕਦਾ, ਉਨੀ ਕੁ ਕਹਿੰਦਾ ਉਹ ਮਨੁੱਖ ਦੇ ਕੋਲੇ ਪਾਵਰ ਹੋ ਜਾਂਦੀ ਹੈ ਤੇ ਉਨੇ ਕੁ ਜੋਗਾ ਹੋ ਜਾਂਦਾ। ਮਤਲਬ ਚਾਹੇ ਉਹ ਤੁਸੀਂ ਸਟੇਟਸ ਦੇ ਤੌਰ ਤੇ ਲੈ ਲਓ, ਰਾਜਨੀਤਿਕ ਤੌਰ ਤੇ ਲੈ ਲਓ, ਹਨਾ, ਕਿਸੇ ਵੀ ਤੌਰ ਤੇ ਲੈ ਲਓ। ਇਸ ਅਵਸਥਾ ਦੇ ਵਿੱਚ ਮਨੁੱਖ ਦਾ ਜੀਵਨ ਦੁੱਖਮਈ ਹੋਣਾ ਲਾਜ਼ਮੀ ਹੈ। ਇਸ ਅਵਸਥਾ ਦੀ ਵਿਆਖਿਆ ਕਰਦਾ ਹੋਇਆ ਹਾਫਜ਼ ਲਿਖਦਾ ਹੈ ਕਿ ਪ੍ਰਕਿਰਤਿਕ ਅਵਸਥਾ ਦੇ ਵਿੱਚ ਸਾਰੇ ਲੋਕ ਆਪਸ ਦੇ ਵਿੱਚ ਲੜਦੇ ਸੀਗੇ, ਆਪਸ ਵਿੱਚ ਲੜਦੇ ਰਹਿੰਦੇ ਸੀ। ਇਸ ਅਵਸਥਾ ਦੇ ਵਿੱਚ ਉੱਚਤ ਅਣਉਚਿਤ, ਨਿਆਂ ਦਾ ਕੋਈ ਥਾਂ ਹੀ ਨਹੀਂ ਸੀ। ਧੋਖਾ ਤੇ ਸ਼ਕਤੀ ਹੀ ਮੁੱਖ ਗੁਣ ਸਮਝੇ ਜਾਂਦੇ ਸੀ। ਇਸ ਅਵਸਥਾ ਦੇ ਵਿੱਚ ਸਿਰਫ ਇੱਕ ਕਾਨੂੰਨ ਸੀ, ਜਿਸ ਦੀ ਲਾਠੀ ਉਸ ਦੀ ਬੈਂਸ, ਠੀਕ ਹੈ। ਉਸ ਸਮੇਂ ਇਹ ਨਿਯਮ ਸੀ ਕਿ ਜਿਸ ਨੂੰ ਮਾਰ ਸਕਦੇ ਹੋ ਮਾਰ ਦਿਓ, ਜੀ ਤੋਂ ਖੋਹ ਸਕਦੇ ਹੋ ਖੋਹ ਲਓ। ਆਧੁਨਿਕ ਜੇ ਵੇਖ ਲਓ, ਆਪਾਂ 47 ਦੀ ਵੰਡ ਪੜ੍ਹਦੇ ਹਾਂ, ਆਹ ਕੁਛ ਹੀ ਹੋਇਆ, ਠੀਕ ਹੈ। 47 ਦੇ ਜਦੋਂ ਆਪਣੇ ਦੇਸ਼ ਦੀ ਵੰਡ ਹੁੰਦੀ ਹੈ ਤਾਂ ਆਹ ਕੁਛ ਹੀ ਹੋਇਆ, ਦੰਗੇ ਹੋਏ ਆ, ਜਿਹਨੂੰ ਮਾਰ ਦਿੰਦੇ ਸੀ ਮਾਰ ਲੈਂਦੇ, ਉਹਨੂੰ ਲੁੱਟ ਖੋਹ ਕੇ ਲੈ ਜਾਂਦੇ ਸੀ। ਜੇ ਜਮਾਂ ਲੇਟੈਸਟ ਉਦਾਹਰਨ ਲੈਣੀ ਹੈ ਤਾਂ ਦੇਖ ਲਓ ਯੂਕਰੇਨ ਦੇ ਵਿੱਚ ਜਿਹੜੇ ਫੌਜੀ ਮਰਦੇ ਆ ਤੇ ਉਹਨਾਂ ਦੇ ਬੈਗਾਂ 'ਚ ਕੁਛ ਵੀ ਨਹੀਂ ਛੱਡਦੇ, ਇੱਥੋਂ ਤੱਕ ਕਿ ਫਸਟ ਏਡ ਵੀ ਨਹੀਂ ਛੱਡਦੇ ਲੋਕ, ਉਹ ਕੜ ਲਈ ਜਾਂਦੇ ਆ, ਠੀਕ ਹੈ। ਜੇਬਾਂ 'ਚੋਂ ਪੈਸਾ ਜਿਹੜਾ ਕੋਈ ਮਾੜਾ ਮੋਟਾ ਹੈਗਾ, ਜੇ ਕਿਸੇ ਦੇ ਕੁਛ ਪਾਇਆ ਵਗੈਰਾ, ਉਹ ਕੜ ਲਈ ਜਾਂਦੇ। ਕੋਈ ਲੋਕ ਮਰੇ ਪਏ ਆ, ਠੀਕ ਹੈ, ਹਮਲੇ ਨਾਲ, ਉਹਨਾਂ ਦੇ ਵਿੱਚੋਂ ਕੜ ਲਈ ਜਾਂਦੇ। ਕਿੰਨੀਆਂ ਵੀਡੀਓ ਸੋਸ਼ਲ ਮੀਡੀਆ ਤੇ ਇਹੋ ਜਿਹੀਆਂ ਵਾਇਰਲ ਹੁੰਦੀਆਂ। ਸੋ ਮਤਲਬ ਇਹ ਮਨੁੱਖ ਦਾ ਇਹ ਵੀ ਸੁਭਾਅ ਹੈ, ਇੱਕ ਦੁਸ਼ਟ ਤੇ ਗੰਦਾ। ਕਹਿਣ ਦਾ ਭਾਵ ਇਹ ਪ੍ਰਕਿਰਤਿਕ ਅਵਸਥਾ ਵਿੱਚ ਮਨੁੱਖ ਦਾ ਜੀਵਨ ਪਸ਼ੂਆਂ ਨਾਲੋਂ ਵੀ ਗਿਰਿਆ ਹੋਇਆ ਸੀ। ਹਾਵਜ਼ ਦੇ ਕਹਿਣ ਦਾ ਭਾਵ ਹੈ ਕਿ ਰਾਜ ਵਿਹੀਨ ਸਥਿਤੀ ਵਿੱਚ ਯੁੱਧ ਅਤੇ ਹਿੰਸਾਤਮਕ ਮੌਤ ਦਾ ਭੈ ਸਦਾ ਕਾਇਮ ਰਹਿੰਦਾ ਹੈ। ਮਨੁੱਖ ਪਾਸ
ਆਪਣੀ ਸ਼ਕਤੀ ਆਪਣੀ ਸੁਰੱਖਿਆ ਦੇ ਸਾਧਨ ਨੂੰ ਰੂਪ ਵਿੱਚ ਕੇਵਲ ਸ਼ਕਤੀ ਤੇ ਚਤੁਰਾਈ ਹੀ ਹੁੰਦੀ ਹੈ। ਉਹਦੇ ਕੋਲ ਦੋ ਹੀ ਗੱਲਾਂ, ਜਾਂ ਸ਼ਕਤੀ ਤੇ ਜਾਂ ਚਤੁਰਾਈ। ਹਾਬਸ ਦੀ ਵਰਣਨ ਤੋਂ ਪ੍ਰਕਿਰਤਿਕ ਅਵਸਥਾ ਦੀਆਂ ਤਿੰਨ ਵਿਸ਼ੇਸ਼ਤਾਵਾਂ ਸਪਸ਼ਟ ਹੁੰਦੀਆਂ। ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਨੈਤਿਕਤਾ ਦੀ ਬਿਲਕੁਲ ਅਣਹੋਂਦ ਹੈ। ਦੂਸਰੀ ਵਿਸ਼ੇਸ਼ਤਾ ਇਹ ਹੈ ਕਿ ਇਸ ਅਵਸਥਾ ਵਿੱਚ ਨਿਆਂ ਅਤੇ ਅਨਿਆਂ ਦੇ ਵਿਚਾਰ ਕੋਈ ਥਾਂ ਨਹੀਂ। ਤੀਸਰੀ ਵਿਸ਼ੇਸ਼ਤਾ ਇਹ ਹੈ ਕਿ ਇਸ ਅਵਸਥਾ ਦੇ ਵਿੱਚ ਵਿਅਕਤੀਗਤ ਸੰਪਤੀ ਦੀ ਅਣਹੋਂਦ ਸੀ, ਵੀ ਨਿੱਜੀ ਸੰਪਤੀ ਦੀ ਅਣਹੋਂਦ ਸੀ। ਪ੍ਰਕਿਰਤਿਕ ਅਧਿਕਾਰ ਤੇ ਕਾਨੂੰਨ। ਹਾਬਸ ਨੇ ਦੱਸਿਆ ਕਿ ਮਨੁੱਖ ਆਪਣੀ ਰੱਖਿਆ ਲਈ ਜੋ ਕੰਮ ਕਰ ਸਕਦਾ ਸੀ ਉਹ ਪ੍ਰਕਿਰਤਿਕ ਅਧਿਕਾਰ ਹੈ। ਡਨਿੰਗ ਨੇ ਹਾਬਸ ਦੇ ਵਿਚਾਰਾਂ ਨੂੰ ਇਸ ਪ੍ਰਕਾਰ ਵਿਅਕਤ ਕੀਤਾ ਹੈ ਕਿ ਪ੍ਰਕਿਰਤਿਕ ਅਧਿਕਾਰ ਵਿਅਕਤੀ ਦੀ ਆਜ਼ਾਦੀ ਦੇ ਚਿੰਨ੍ਹ ਹੈ, ਜਿਨ੍ਹਾਂ ਦੁਆਰਾ ਵਿਅਕਤੀ ਆਪਣੀ ਸੁਰੱਖਿਆ ਲਈ ਉਚਿਤ ਕਾਰਜ ਕਰਦਾ ਹੈ। ਹਾਬਸ ਦੇ ਅਨੁਸਾਰ ਪ੍ਰਕਿਰਤਿਕ ਕਾਨੂੰਨ ਵਿਵੇਕ ਅਤੇ ਆਦਰਸ਼ ਹਨ, ਜੋ ਮਨੁੱਖ ਨੂੰ ਦੱਸਦੇ ਹਨ ਕਿ ਹੋਂਦ ਕਾਇਮ ਰੱਖਣ ਲਈ ਆਪਣੀ ਸ਼ਕਤੀ ਅਨੁਸਾਰ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਹਾਬਸ ਨੇ 19 ਪ੍ਰਕਿਰਤਿਕ ਕਾਨੂੰਨ ਗਿਣਾਏ ਹੈ, ਜਿਨ੍ਹਾਂ ਵਿੱਚੋਂ ਪ੍ਰਮੁੱਖ ਨਿਮਨ ਅਨੁਸਾਰ ਹਨ ਕਿ ਹਰ ਮਨੁੱਖ ਨੂੰ ਸ਼ਕਤੀ ਪ੍ਰਾਪਤ ਕਰਨ ਲਈ ਉੱਥੋਂ ਤੱਕ ਯਤਨ ਕਰਨਾ ਚਾਹੀਦਾ ਹੈ ਜਿੱਥੋਂ ਤੱਕ ਸਫਲਤਾ ਦੀ ਆਸ ਹੋਵੇ। ਮਤਲਬ ਪੜ੍ਹਦੇ ਰਹੋ, ਮਿਹਨਤ ਕਰਦੇ ਰਹੋ, ਫਿਰ ਨੌਕਰੀ ਮਿਲੂਗੀ। ਮਨੁੱਖ ਨੂੰ ਸ਼ਕਤੀ ਅਤੇ ਆਤਮ ਰੱਖਿਆ ਲਈ ਆਪਣੇ ਪ੍ਰਕਿਰਤਿਕ ਅਧਿਕਾਰਾਂ ਨੂੰ ਉਸ ਸੀਮਾ ਤੱਕ ਤਿਆਗਣ ਲਈ ਤਿਆਰ ਰਹਿਣਾ ਚਾਹੀਦਾ ਹੈ ਜਿੱਥੋਂ ਤੱਕ ਦੂਸਰੇ ਲੋਕ ਵੀ ਇਸ ਲਈ ਤਿਆਰ ਹੋਣ। ਵਿਅਕਤੀ ਨੂੰ ਆਪਣੇ ਸਮਝੌਤਿਆਂ ਦਾ ਪਾਲਣ ਕਰਨਾ ਚਾਹੀਦਾ ਹੈ। ਹਾਬਸ ਦੇ ਸ਼ਬਦਾਂ ਦੇ ਵਿੱਚ, ਦੂਸਰਿਆਂ ਨਾਲ ਤੁਸੀਂ ਉਹੋ ਜਿਹਾ ਕਰੋ ਜਿਹੋ ਜਿਹਾ ਆਪਣੇ ਲਈ ਉਹਨਾਂ ਪਾਸੋਂ ਚਾਹੁੰਦੇ ਹੋ। ਮਤਲਬ ਜੇ ਤੁਸੀਂ ਕੁਝ ਕਰ ਰਹੇ ਹੋ ਤਾਂ ਉਹਨਾਂ ਲਈ ਉਹੋ ਜਿਹਾ ਕਰੋ ਕਿ ਉਹ ਸੰਤੁਸ਼ਟ ਹੋਣ ਤੇ ਫਿਰ ਉਹ ਤੁਹਾਡੇ ਪ੍ਰਤੀ ਇਹ ਜਿਹੜੇ ਤੁਹਾਡੇ ਪ੍ਰਤੀ ਆਕਰਸ਼ਿਤ ਹੋਣ, ਜਾਂ ਕਹ ਲਓ ਕਿ ਤੁਹਾਡੇ ਨਾਲ ਸਹਿਮਤ ਹੋਣ। ਨਹੀਂ, ਉਹ ਸਹਿਮਤ ਨਹੀਂ ਹੋਣਗੇ ਜੇ ਤੁਸੀਂ ਕਰੀ ਕੁਝ ਹੋਰ ਜਾਂਦੇ ਹੋ। ਰਾਜ ਦੀ ਉਤਪਤੀ ਤੇ ਉਸਦਾ ਸਰੂਪ। ਪ੍ਰਕਿਰਤਿਕ ਦਸ਼ਾ ਦੇ ਵਿੱਚ ਪ੍ਰਕਿਰਤਿਕ ਨਿਯਮ ਮੌਜੂਦ ਸੀਗੇ, ਪਰ ਦਮਨਕਾਰੀ ਸ਼ਕਤੀ ਦੀ ਅਣਹੋਂਦ ਕਾਰਨ ਸਾਰੇ ਵਿਅਕਤੀਆਂ ਦੁਆਰਾ ਉਹਨਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਸੀ। ਠੀਕ ਹੈ, ਨੈਚੁਰਲ ਜਿਹੜੇ ਕੁਦਰਤੀ ਨਿਯਮ ਸੀ ਉਹਨਾਂ ਦੀ ਉਲੰਘਣਾ ਕਰਨ ਲੱਗ ਗਏ, ਕਿਉਂਕਿ ਉਹਨਾਂ ਨੂੰ ਕੋਈ ਰੋਕਣ ਵਾਲਾ ਹੈ ਨਹੀਂ ਸੀ ਕੀਤੀ ਜਾਂਦੀ। ਤੇ ਜਦੋਂ ਤੱਕ ਸਾਰੇ ਉਹਨਾਂ ਨਿਯਮਾਂ ਦੀ ਪਾਲਣਾ ਨਾ ਕਰਦੇ, ਕੋਈ ਇੱਕ ਵਿਅਕਤੀ ਸਫਲਤਾਪੂਰਵਕ ਉਹਨਾਂ ਦੀ ਪਾਲਣਾ ਨਹੀਂ ਕਰ ਸਕਦਾ ਸੀ। ਠੀਕ ਹੈ, ਕਿਉਂਕਿ ਜਿੰਨਾ ਟਾਈਮ ਸਾਰੇ ਨਹੀਂ ਕਰਨਗੇ ਤਾਂ ਫਿਰ ਇੱਕ ਜਾਣਾ ਕਿਵੇਂ ਕਰੂਗਾ। ਕਹਿੰਦੇ ਜਦੋਂ ਹੁਣ ਵੀ ਕਹਿ ਦਿੰਦੇ ਆ ਵੀ ਜੇ ਫਲਾਨਾ ਐ ਕਰੀ ਜਾਂਦਾ ਤਾਂ ਆਪਾਂ ਐਂ ਕਰ ਲਾਂਗੇ, ਫਿਰ ਕੀ ਹੋ ਜੂ। ਹਾਬਸ ਅਨੁਸਾਰ ਰਾਜ ਦੀ ਸਥਾਪਨਾ ਦਾ ਸਿਰਫ ਇੱਕ ਹੀ ਢੰਗ ਹੈ, ਉਹ ਹੈ ਸਾਰੇ ਵਿਅਕਤੀਆਂ ਦੁਆਰਾ ਆਪਣੀ ਸਾਰੀ ਸ਼ਕਤੀ ਨੂੰ ਇੱਕ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਨੂੰ ਸਮਰਪਿਤ ਕਰ ਦੇਣਾ। ਜਿਵੇਂ ਆਪਾਂ ਕਰਤੀ 10 ਤਰੀਕ ਨੂੰ ਵੀ ਚੱਕ ਭਾਈ ਤੁਹਾਡੀ ਸਰਕਾਰ ਆ ਤੇ ਕਰੋ ਕੰਮ। ਇਹ ਉਹ ਸਿਧਾਂਤ ਹੈ ਜਿਸ ਅਨੁਸਾਰ ਰਾਜ ਦਾ ਜਨਮ ਜਨਤਾ ਦੇ ਆਪਸੀ ਸਮਝੌਤੇ ਦੁਆਰਾ ਹੋਇਆ। ਹਾਬਸ ਦਾ ਇਹ ਸਿਧਾਂਤ ਸਮਝੌਤਾ ਸਿਧਾਂਤ ਦੀਆਂ ਪੂਰਵ ਵਿਆਖਿਆਵਾਂ ਤੋਂ ਇਸ ਦ੍ਰਿਸ਼ਟੀ ਤੋਂ ਭਿੰਨ ਹੈ। ਇਸ ਅਨੁਸਾਰ ਰਾਜ ਦਾ ਜਨਮ ਸਮਾਜਿਕ ਸਮਝੌਤੇ ਦੁਆਰਾ ਹੋਇਆ, ਸ਼ਾਸਕੀ ਸਮਝੌਤੇ ਦੁਆਰਾ ਨਹੀਂ। ਹਾਬਸ ਨੇ ਇਸ ਸਮਝੌਤੇ ਦੁਆਰਾ ਮਨੁੱਖ ਨੂੰ ਅਰਾਜਕ ਅਵਸਥਾ ਵਿੱਚੋਂ ਕੱਢ ਕੇ ਸਮਾਜਿਕ ਜੀਵਨ ਪ੍ਰਦਾਨ ਕੀਤਾ। ਇਹ ਨਵੀਂ ਸਥਾਪਿਤ ਸੰਸਥਾ ਹੀ ਰਾਜਨੀਤਿਕ ਸਮਾਜ ਅਖਵਾਉਂਦੀ ਹੈ। ਰਾਜਾ ਸਰਬ ਸੱਤਾਧਾਰੀ ਨਿਰੰਕੁਸ਼ ਸ਼ਾਸਕ ਹੋਵੇਗਾ। ਹਾਬਸ ਨੇ ਉਸ ਨੂੰ ਮਹਾਮਾਨਵ ਦਾ ਨਾਂ ਦਿੱਤਾ ਕਿ ਉਹ ਮਹਾਮਾਨਵ ਹੋਊਗਾ ਤੇ ਸਭ ਤੋਂ ਸ਼ਕਤੀਸ਼ਾਲੀ ਨਿਰੰਕੁਸ਼ ਹੋਊਗਾ। ਉਹ ਡਿਕਟੇਟਰ ਹੋਊਗਾ, ਡਿਕਟੇਟਰ ਨਹੀਂ ਕਹਿ ਸਕਦੇ, ਮਤਲਬ ਆਪਦੇ ਆਪ ਫੈਸਲੇ ਲੈਣ ਵਾਲਾ ਹੋਊਗਾ। ਪ੍ਰਭੂ ਸੱਤਾ ਦੇ ਪ੍ਰਤੀ ਕੀ ਕਹਿੰਦਾ ਜੀ? ਹਾਬਸ ਪ੍ਰਭੂ ਸੱਤਾ ਦਾ ਮਹਾਨ ਸਮਰਥਕ ਸੀ। ਉਸ ਦੀ ਪ੍ਰਭੂ ਸੱਤਾ ਦਾ ਆਧਾਰ ਸਮਾਜਿਕ ਸਮਝੌਤਾ ਹੈ। ਹਾਬਸ ਦਾ ਲੇਵੀਅਥਨ ਅਰਥਾਤ ਸੰਪੂਰਨ ਪ੍ਰਭੂ ਸੱਤਾ ਸੰਪੰਨ ਰਾਜਾ ਪੂਰੀ ਤਰ੍ਹਾਂ ਨਿਰੰਕੁਸ਼ ਹੈ, ਉਸ ਦਾ ਹੁਕਮ ਹੀ ਕਾਨੂੰਨ ਹੈ। ਅਸਲ ਵਿੱਚ ਹਾਬਸ ਦੀ ਹੀ ਪਹਿਲਾ ਵਿਦਵਾਨ ਹੈ ਜਿਸ ਨੇ ਅਸੀਮਤ ਨਿਰੰਕੁਸ਼ ਪ੍ਰਭੂ ਸੱਤਾ ਦੇ ਸਿਧਾਂਤ ਦਾ ਵਰਣਨ ਕੀਤਾ। ਸਹੀ ਅਰਥਾਂ ਵਿੱਚ ਹਾਬਸ ਨੂੰ ਆਧੁਨਿਕ ਨਿਰੰਕੁਸ਼ ਪ੍ਰਭੂ ਸੱਤ ਸੰਪੰਨ ਰਾਜ ਦਾ ਪਿਤਾ ਆਖਿਆ ਜਾਂਦਾ ਹੈ। ਉਸ ਦਾ ਕਹਿਣਾ ਹੈ ਕਿ ਪ੍ਰਭੂ ਸੱਤਾ ਉਹ ਸ਼ਕਤੀ ਹੈ ਜਿਸ ਦੇ ਕਾਰਜਾਂ ਨੂੰ ਇੱਕ ਮਹਾਨ ਜਨ ਸਮੂਹ ਨੇ ਆਪਣੇ ਆਪ ਨੂੰ ਆਪਣੀ ਇੱਛਾ ਨਾਲ ਸਮਝੌਤੇ ਦੁਆਰਾ ਦੁਆਰਾ ਕਰਤਾ ਬਣਾ ਲਿਆ ਹੈ। ਉਹਨਾਂ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਉਹਨਾਂ ਦੇ ਸਭ ਸਾਧਨ ਅਤੇ ਸ਼ਕਤੀ ਆਪਣੀ ਬੁੱਧੀ ਅਨੁਸਾਰ ਉਹ ਵਰਤ ਸਕਦਾ ਹੈ। ਉਸ ਦਾ ਕਹਿਣਾ ਹੈ ਕਿ ਜਦ ਕਾਨੂੰਨ ਪ੍ਰਭੂ ਸੱਤਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਵਿੱਚ ਅਸਫਲ ਰਹੇ ਤਾਂ ਨਾਗਰਿਕਾਂ ਦਾ ਹੁਕਮ ਮੰਨਣ ਦਾ ਕਰਤੱਵ ਵੀ ਖਤਮ ਹੋ ਜਾਂਦਾ ਹੈ। ਹਾਬਸ ਦਾ ਵਿਅਕਤੀਵਾਦ ਅੱਗੇ ਕਰਦੇ ਹਾਂ ਜੀ। ਵਿਅਕਤੀਵਾਦ ਦੇ ਵਿੱਚ ਕਹਿੰਦਾ ਆਮ ਤੌਰ ਤੇ ਰਾਜਨੀਤਿਕ ਚਿੰਤਨ ਦੇ ਇਤਿਹਾਸ ਵਿੱਚ ਹਾਬਸ ਦੀ ਵਿਚਾਰਧਾਰਾ ਨਿਰੰਕੁਸ਼ ਰਾਜਤੰਤਰ ਦੀ ਸਮਰਥਕ ਮੰਨੀ ਜਾਂਦੀ ਹੈ। 17ਵੀਂ ਸਦੀ ਦੇ ਯੂਰਪੀ ਰਾਜਨੀਤਿਕ ਵਾਤਾਵਰਣ ਵਿੱਚ ਰਾਸ਼ਟਰੀ ਰਾਜਾਂ ਦੇ ਆਸ-ਪਾਸ ਜਿਸ ਤਰ੍ਹਾਂ ਦੀ ਅਰਾਜਕਤਾ ਛਾਈ ਹੋਈ ਸੀ, ਉਸ ਦੇ ਨਿਰਾਕਰਨ ਲਈ ਹਾਬਸ ਨੇ ਸ਼ਕਤੀਸ਼ਾਲੀ ਸ਼ਾਸਨ ਵਿਵਸਥਾ
ਨੂੰ ਸਰਵੋਤਮ ਹੱਲ ਦੱਸਿਆ। ਆਪਣੀ ਵਿਚਾਰਧਾਰਾ ਦਾ ਵਿਕਾਸ ਕਰਨ ਲਈ ਹਾਬਸ ਵਿਅਕਤੀਗਤ ਮਨੋਵਿਗਿਆਨ ਦਾ ਸਹਾਰਾ ਲੈਂਦਾ ਹੈ। ਉਹ ਮਨੁੱਖੀ ਪ੍ਰਕਿਰਤੀ ਦਾ ਅਧਿਐਨ ਕਰਦਿਆਂ ਹੋਇਆਂ ਵਿਅਕਤੀਆਂ ਦੇ ਹਿੱਤਾਂ ਨੂੰ ਆਪਣੇ ਦਰਸ਼ਨ ਦਾ ਕੇਂਦਰ ਬਣਾਉਂਦਾ ਹੈ। ਹਾਬਸ ਦਾ ਇਹੀ ਸਿੱਟਾ ਕਿ ਮਨੁੱਖ ਦੀ ਸਵਾਰਥ ਪ੍ਰਕਿਰਤੀ ਉਸ ਦੀ ਆਪਸੀ ਸੰਘਰਸ਼ ਦੇ ਕਾਰਨ ਹੁੰਦੀ ਹੈ। ਇਸ ਲਈ ਜਦੋਂ ਤੱਕ ਮਨੁੱਖ ਪ੍ਰਕਿਰਤੀ ਨੂੰ ਨਿਯਮਤ ਨਹੀਂ ਕੀਤਾ ਜਾਂਦਾ ਤੇ ਮਨੁੱਖੀ ਕਲਿਆਣ ਤੇ ਜੀਵਨ ਰੱਖਿਆ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਜਿੰਨਾ ਟਾਈਮ ਉਹਨੂੰ ਸਿਧਾਂਤਾਂ ਤੇ ਨਹੀਂ ਲੈ ਕੇ ਆਂਦਾ ਜਾ ਸਕਦਾ। ਵਾਸਤਵ ਦੇ ਵਿੱਚ ਹਾਬਸ ਹੀ ਪਹਿਲਾ ਦਾਰਸ਼ਨਿਕ ਸੀ ਜਿਸ ਨੇ ਕਿ ਵਿਅਕਤੀ ਦੇ ਹਿੱਤ ਵਿੱਚ ਉਸਦੇ ਜੀਵਨ ਦੇ ਅਧਿਕਾਰ ਨੂੰ ਸਰਵਉੱਚ ਮੰਨਿਆ ਹੈ। ਉਸ ਦੀ ਦ੍ਰਿਸ਼ਟੀ ਦੇ ਵਿੱਚ ਇਹੀ ਰਾਜ ਦੀ ਸਭ ਤੋਂ ਵੱਡੀ ਉਪਯੋਗਤਾ ਹੈ, ਕਿਉਂਕਿ ਉਹ ਅਰਾਜਕਤਾ ਦਾ ਅੰਤ ਕਰਕੇ ਵਿਅਕਤੀਆਂ ਦੇ ਜੀਵਨ ਸੰਕਟ ਨੂੰ ਦੂਰ ਕਰਨਾ ਚਾਹੁੰਦਾ ਹੈ। ਰਾਜ ਨੂੰ ਨਾ ਕੁਛ ਅਧਿਕਾਰ ਦਿੱਤੇ ਦ੍ਰਿਸ਼ਟੀ ਤੋਂ ਹੀ ਦਿੱਤੇ ਆ, ਉਹਨੇ ਨਾ ਕੁਛ ਅਧਿਕਾਰ ਆ ਜਿਹੜਾ ਉਹ ਇਸੇ ਦ੍ਰਿਸ਼ਟੀ ਤੋਂ ਦਿੱਤੇ ਆ। ਉਹ ਸਮਾਜ ਵਿੱਚ ਸ਼ਾਂਤੀ ਦੀ ਵਿਵਸਥਾ ਕਰੇ ਅਤੇ ਵਿਅਕਤੀਆਂ ਦੇ ਜੀਵਨ ਦੀ ਸੰਪਤੀ ਦੀ ਸੁਰੱਖਿਅਤ ਕਰੇ ਉਹਨੂੰ। ਸੌਰੀ। ਇਸ ਤਰ੍ਹਾਂ ਹਾਬਸ ਨੇ ਵਿਅਕਤੀਗਤ ਦਰਸ਼ਨ ਲਈ ਉਸਦਾ ਉਪਯੋਗਤਾਵਾਦ ਜੁੜਿਆ ਹੋਇਆ ਹੈ। ਠੀਕ ਹੈ ਜੀ, ਇਹਦਾ ਉਹਦੇ ਨਾਲ ਉਪਯੋਗਤਾਵਾਦ ਜੁੜਿਆ ਹੋਇਆ। ਯੂਟਿਲਿਜ਼ਮ ਜਿਹਨੂੰ ਆਪਾਂ ਕਹਿ ਦਿੰਦੇ। ਹਾਬਸ ਵਿਚਾਰਧਾਰਾ ਦੇ ਵਿੱਚ ਸ਼ਾਸਨ ਦਾ ਸਰੂਪ ਪੂਰਨ ਰੂਪ ਦੇ ਵਿੱਚ ਧਰਮ ਨਿਰਪੇਖ ਤੇ ਉਪਯੋਗਤਾਵਾਦੀ ਹੈ। ਨਾਗਰਿਕਤਾ ਕਾਨੂੰਨ ਬਾਰੇ ਹਾਬਸ ਦੇ ਵਿਚਾਰ। ਹਾਬਸ ਕਹਿੰਦਾ ਸਰਵ ਸੱਤਾਧਾਰੀ ਨੂੰ ਇਹੀ ਸਲਾਹ ਹੈ ਕਿ ਉਸ ਨੂੰ ਬਹੁਤ ਜ਼ਿਆਦਾ ਵਿਧੀਆਂ ਦਾ ਨਿਰਮਾਣ ਨਹੀਂ ਕਰਨਾ ਚਾਹੀਦਾ, ਕਿਉਂਕਿ ਇੱਕ ਤਾਂ ਉਹਨਾਂ ਨੂੰ ਲਾਗੂ ਕਰਨਾ ਔਖਾ ਹੋ ਜਾਂਦਾ। ਮਤਲਬ ਐ ਨਹੀਂ ਵੀ ਤੁਸੀਂ 500-600 ਧਾਰਾਵਾਂ ਬਣਾ ਲਓ, ਫਿਰ ਉਹ ਲਾਗੂ ਨਹੀਂ ਹੁੰਦੀਆਂ। ਦੂਜਾ, ਜਨਤਾ ਦੇ ਹਿਰਦੇ ਵਿੱਚ ਵਿਧੀਆਂ ਪ੍ਰਤੀ ਸਨਮਾਨ ਵਿੱਚ ਕਮੀ ਆ ਜਾਂਦੀ ਹੈ। ਮਤਲਬ ਸੀਮਤ ਜੇ ਹੋਣੇ ਚਾਹੀਦੇ, 10-15 ਕਾਨੂੰਨ ਬਹੁਤ ਆ। ਉਹ ਕਹਿੰਦਾ ਉਪਯੋਗਤਾਵਾਦ ਦੇ ਆਧਾਰ ਤੇ ਨਿਰੰਕੁਸ਼ਤਾਵਾਦ ਦਾ ਸਮਰਥਨ ਕਰਕੇ ਉਹ ਉਦਾਰਤਾਵਾਦ ਲਈ ਇੱਕ ਆਧਾਰ ਪੇਸ਼ ਕਰਦਾ ਹੈ। ਉਸਦੇ ਚਿੰਤਨ ਦੇ ਵਿੱਚ ਸੰਵਿਧਾਨਵਾਦ ਦੇ ਤੰਤੂ ਮੌਜੂਦ ਹਨ, ਜਿਨ੍ਹਾਂ ਦਾ ਉਹ ਆਦਰਸ਼ਪੂਰਨ ਖੰਡਨ ਕਰਦਾ ਹੈ ਵੀ ਇਹਦੇ ਵਿੱਚ ਇਹ ਕਮੀ ਹੈ। ਚਰਚ ਦੇ ਅਤੇ ਰਾਜ। ਹਾਬਸ ਦੇ ਪ੍ਰਭੂ ਸੱਤਾ ਸਿਧਾਂਤ ਦੇ ਰਾਜ ਵਿੱਚ ਪ੍ਰਭੂ ਸੱਤਾਧਾਰੀ ਤੋਂ ਉੱਪਰ ਕਿਸੇ ਵੀ ਵਿਅਕਤੀ ਜਾਂ ਸੰਸਥਾ ਦੇ ਅਸਤਿਤਵ ਨੂੰ ਨਸ਼ਟ ਕਰ ਦਿੱਤਾ ਹੈ। ਇਸ ਵਿਆਖਿਆ ਨੇ ਧਰਮ ਜਾਂ ਚਰਚ ਨੂੰ ਵੀ ਰਾਜ ਦੇ ਅਧੀਨ ਕਰ ਦਿੱਤਾ। ਉਹ ਕਹਿੰਦਾ ਵੀ ਸਰਵ ਸੱਤਾਧਾਰੀ ਜਾਂ ਪ੍ਰਭੂ ਸੱਤਾਧਾਰੀ ਤੋਂ ਅਲੱਗ ਕੋਈ ਇਹੋ ਜਿਹੀ ਸੰਸਥਾ ਨਹੀਂ ਹੋਣੀ ਚਾਹੀਦੀ ਜਿਹੜੀ ਹੋਂਦ ਚ ਹੋਵੇ ਤੇ ਉਹਦੇ ਲਈ ਖਤਰਾ ਬਣ ਸਕੇ ਜਾਂ ਉਹਨੂੰ ਖਰਾਬ ਕਰੇ ਉਹ ਸਿਸਟਮ ਨੂੰ। ਤਾਂ ਕਰਕੇ ਉਹ ਕਹਿੰਦਾ ਜਿਹੜਾ ਧਰਮ ਹੈ, ਠੀਕ ਹੈ, ਤੇ ਜਾਂ ਚਰਚ ਹੈ ਜਿਹੜੀ, ਉਹ ਵੀ ਅੰਡਰ ਹੋਣੀ ਚਾਹੀਦੀ ਹੈ ਰਾਜ ਦੇ। ਰਾਜੇ ਦੀ ਨਿਰੰਕੁਸ਼ਤਾ ਦੇ ਅੰਡਰ ਸਾਰਾ ਕੁਝ ਚੱਲਣਾ ਚਾਹੀਦਾ। ਸੋ ਇਹ ਆਪਣੀ ਸੀਗੀ ਜੀ ਅੱਜ ਦੀ ਕਲਾਸ।